ਸੁਨ ਮਨ ਅਕਥ ਕਥਾ ਹਰਨਾ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚੋਂ ਤੀਸਰੀ ਵਾਰ ਤਿਸ ਦੀ 17ਵੀਂ ਪੌੜੀ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ। ਸ਼ਰਧਾ ਦੇ ਨਾਲ ਸੁਣੀਏ। ਫਰਮਾ ਰਹੇ ਨੇ, ਹੋਈ ਆਗਿਆ ਆਦ ਨਿਰੰਜਨੋ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਜੋ ਸਭ ਸੰਸਾਰ ਦਾ ਆਦਿ ਸਰੂਪ ਹੈ, ਮੁੱਢ ਸਰੂਪ ਹੈ, ਕਹਿੰਦੇ ਕਿ ਉਸ ਵਾਹਿਗੁਰੂ ਪਰਮਾਤਮਾ ਦੀ ਆਗਿਆ ਹੋਈ। ਉਹ ਪਰਮਾਤਮਾ ਕੈਸਾ ਹੈ, ਉਹਦੇ ਬਾਰੇ ਵੀ ਦੱਸਦੇ ਆ। ਆਦ ਨਿਰੰਜਨੋ, ਜਿਹੜਾ ਸਾਰੇ ਸੰਸਾਰ ਦਾ ਹੀ ਆਦਿ ਹੈ। ਨਿਰੰਜਨੋ ਸ਼ੁੱਧ ਸਰੂਪ ਹੈ, ਮਾਇਆ ਦੀ ਕਾਲਕ ਤੋਂ ਰਹਿਤ ਹੈ। ਉਸ ਪਰਮਾਤਮਾ ਨੇ ਜਦੋਂ ਆਗਿਆ ਕੀਤੀ ਹੈ, ਨਾਦੈ ਮਿਲਿਆ ਨਾਦ ਹਉਮੈ ਭੰਜਨੋ, ਤਾਂ ਫਿਰ ਕਹਿੰਦੇ ਕਿ ਨਾਦੈ, ਨਾਦ ਨਾਉ ਹੈ ਸ਼ਬਦ ਦਾ। ਕਹਿੰਦੇ ਉਹ ਪਰਮਾਤਮਾ ਦੀ ਜਦੋਂ ਕਿਰਪਾ ਹੋਈ, ਆਗਿਆ ਹੋਈ। ਕੀ ਆਗਿਆ ਹੋਈ ਹੈ? ਸ਼ਬਦ ਦੀ ਆਗਿਆ ਹੋਈ ਹੈ, ਕਿਉਂਕਿ ਸ਼ਬਦੇ ਓਪਤ ਪਰਲੋ ਹੋਵੈ। ਇੱਕ ਭਾਵ ਜਿਹੜਾ ਆਪਾਂ ਇਸ ਤੁਕ ਦੇ ਵਿੱਚੋਂ ਕੱਢੀਏ, ਵਾਹਿਗੁਰੂ ਪਰਮਾਤਮਾ ਦੀ ਆਗਿਆ, ਉਹਦੀ ਆਗਿਆ ਕੀ ਹੈ? ਸ਼ਬਦ। ਉਹਨੇ ਸ਼ਬਦ ਜਦੋਂ ਕੀਤਾ ਤੇ ਸ਼ਬਦ ਦੇ ਵਿੱਚੋਂ ਹੀ ਆ ਸਾਰਾ ਬ੍ਰਹਿਮੰਡ ਉਤਪਤ ਹੋਇਆ। ਮਹਾਰਾਜ ਜੀ ਫਰਮਾਉਂਦੇ, ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ। ਜਾਂ ਦਸਮ ਪਾਤਸ਼ਾਹ ਜੀ ਦੇ ਪਾਵਨ ਬਚਨ, ਪ੍ਰਥਮੇ ਓਅੰਕਾਰ ਤਿਨ ਕਹਾ ਸੋ ਧੁਨ ਪੂਰ ਜਗਤ ਮੋ ਰਹਾ। ਜਾਂ ਇਸੇ ਤਰ੍ਹਾਂ ਬਾਣੀ ਦੇ ਵਿੱਚ ਪੜ੍ਹੀਏ ਤਾਂ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮਏ। ਭਾਵ ਇਹ ਹੈ ਕਿ ਜੋ ਵਾਹਿਗੁਰੂ ਪਰਮਾਤਮਾ ਨੇ ਸ਼ਬਦ ਕੀਤਾ ਹੈ, ਬਾਣੀ ਦੇ ਵਿੱਚ ਉਹ ਸ਼ਬਦ ਵੀ ਦੱਸਿਆ ਕਿ ਉਹ ਸ਼ਬਦ ਨੂੰ ਓਅੰਕਾਰ ਕਹਿੰਦੇ ਹਨ। ਉਹਦੇ ਕਹਿਣ ਦੇ ਨਾਲ ਇਹ ਸੰਸਾਰ ਦੀ ਉਤਪਤੀ ਹੁੰਦੀ ਹੈ। ਕੀਤਾ ਫਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕਵਾਓ ਨਾਮ ਬੋਲਦਾ ਹੀ ਹੈ, ਬਚਨ ਦਾ ਹੀ ਹੈ। ਪਰਮਾਤਮਾ ਨੇ ਇੱਕ ਬਚਨ ਕੀਤਾ ਹੈ ਜਿਹਦੇ ਨਾਲ ਆ ਸਾਰਾ ਪਸਾਰਾ 84 ਲੱਖ ਜੂਨਾਂ ਦਾ ਫੈਲ ਗਿਆ ਹੈ। ਉਹ ਪਰਮਾਤਮਾ ਆਦਿ ਤੇ ਨਿਰੰਜਨ ਸਰੂਪ ਹੈ। ਇਸ ਕਰਕੇ ਸ਼ਬਦ ਦਾ ਜੋ ਇਹ ਸੰਸਾਰ, ਇਹਦਾ ਆਦ ਸ਼ਬਦ ਹੈ ਔਰ ਇਹਦਾ ਅੰਤ ਵੀ ਸ਼ਬਦ ਹੀ ਹੈ। ਸ਼ਬਦ ਦੇ ਵਿੱਚੋਂ ਹੀ ਇਹ ਪੈਦਾ ਹੋਇਆ ਤੇ ਸ਼ਬਦ ਦੇ ਨਾਲ ਹੀ ਕਹਿੰਦੇ ਕਿ ਇਹ ਪਰਮਾਤਮਾ ਨੇ ਸਾਰਾ ਖਤਮ ਕਰ ਦੇਣਾ ਹੈ। ਹੁਣ ਥੋੜ੍ਹਾ ਅੰਤਰੀਵ ਭਾਵ ਦੇ ਵਿੱਚ ਆਈਏ। ਗੁਰਮੁਖਾਂ ਦਾ ਇੱਥੇ ਜੀਵਨ ਭਾਈ ਗੁਰਦਾਸ ਜੀ ਬਿਆਨ ਕਰ ਰਹੇ ਨੇ। ਕਹਿੰਦੇ ਜੋ ਆਦਿ ਨਿਰੰਜਨ ਸ਼ੁੱਧ ਸਰੂਪ ਪਰਮਾਤਮਾ ਹੈ, ਉਹਦੀ ਆਗਿਆ ਦੇ ਵਿੱਚ ਹੀ ਸਤਿਗੁਰੂ ਜੀ ਪ੍ਰਗਟ ਹੋਏ। ਉਹਨੇ ਆਪਣਾ ਹੀ ਗੁਰੂ ਸਰੂਪ ਧਾਰਨ ਕੀਤਾ ਤੇ ਗੁਰੂ ਨੇ ਫਿਰ ਕਹਿੰਦੇ ਕਿ ਆਪਣਾ ਸ਼ਬਦ ਬਖਸ਼ਿਸ਼ ਕੀਤਾ। ਨਾਦੈ, ਨਾਦ ਨਾਉ ਸ਼ਬਦ ਦਾ ਹੈ। ਉਹ ਸ਼ਬਦ, ਉਹ ਉਪਦੇਸ਼ ਦੇ ਵਿੱਚ ਕਹਿੰਦੇ ਜਦੋਂ ਜੀਵ ਆ ਕੇ ਮਿਲਿਆ, ਭਾਵ ਜੀਵ ਦੀ ਜਿਹੜੀ ਸੁਰਤ ਹੈ, ਉਹਨੇ ਨਾਲ ਮੇਲ ਕੀਤਾ ਸ਼ਬਦ ਦੇ, ਹਉਮੈ ਭੰਜਨੋਂ, ਤਾਂ ਫਿਰ ਉਹਦੇ ਅੰਦਰੋਂ ਜਿਹੜੀ ਹਉਮੈ ਹੈ, ਇਹਦਾ ਨਾਸ਼ ਹੋ ਗਿਆ। ਮਹਾਰਾਜ ਜੀ ਭਾਈ ਗੁਰਦਾਸ ਸਾਹਿਬ ਜੀ ਬੜੇ ਸੋਹਣੇ ਤਰੀਕੇ ਦੇ ਨਾਲ, ਬੜੀ ਗਹਿਰਾਈ ਵਾਲੇ ਬਚਨ ਸਾਨੂੰ ਸਮਝਾ ਰਹੇ ਨੇ ਵੀ ਆਦ ਨਿਰੰਜਨ ਪਰਮਾਤਮਾ ਨੇ ਗੁਰੂ ਸਰੂਪ ਧਾਰਨ ਕੀਤਾ ਤੇ ਗੁਰੂ ਨੇ ਸ਼ਬਦ ਦਿੱਤਾ ਹੈ। ਇਹਨੂੰ ਆਪਾਂ ਮੂਲ ਮੰਤਰ ਸਾਹਿਬ ਜਾਂ ਗੁਰਮੰਤਰ ਕਹਿੰਦੇ ਹਾਂ, ਜਾਂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਦਾ ਸ਼ਬਦ ਹੈ। ਤੇ ਜਿਸ ਦੇ ਸੁਰਤ ਵਿੱਚ ਅਭਿਆਸ ਕਰਨ ਦੇ ਨਾਲ ਜਦੋਂ ਹਉਮੈ ਟੁੱਟ ਜਾਂਦੀ ਹੈ, ਉਹ ਫਿਰ ਸ਼ਬਦ ਦੇ ਵਿੱਚ ਹੀ ਜਾ ਮਿਲਦਾ ਹੈ। ਸ਼ਬਦ ਹੀ ਹੈ ਜਿਹੜੀ ਸਾਡੀ ਹਉਮੈ ਨੂੰ ਤੋੜਦਾ ਹੈ, ਗੁਰੂ ਦਾ ਸ਼ਬਦ। ਦੁਨਿਆਵੀ ਬੋਲ, ਝੂਠੀਆਂ ਵਡਿਆਈਆਂ, ਇਹ ਸਾਡੀ ਹਉਮੈ ਨੂੰ ਬੜਾਵਾ ਦਿੰਦੀਆਂ ਨੇ। ਹਉਮੈ ਹੀ ਇੱਕ ਪਰਮਾਤਮਾ ਦੇ ਨਾਲ ਮਿਲਣ ਦੇ ਵਿੱਚ ਬੜੀ ਵੱਡੀ ਰੁਕਾਵਟ ਹੈ। ਹਉਮੈ ਕਰਕੇ ਪਰਮਾਤਮਾ ਨਾਲੋਂ ਜੁਦਾਇਗੀ ਪਈ ਹੋਈ ਹੈ, ਵਿਛੋੜਾ ਪਿਆ ਹੋਇਆ ਹੈ।
ਆਪਾਂ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਕੁਝ ਸਮਝਣ ਜਦੋਂ ਲੱਗ ਪੈਂਦੇ ਹਾਂ ਕਿ ਮੈਂ ਕੁਝ ਹਾਂ, ਜਿੱਥੇ ਮੈਂ ਆ ਜਾਂਦਾ ਉੱਥੇ ਤੂੰ ਦਾ ਅਭਾਵ ਹੋ ਜਾਂਦਾ ਹੈ। ਅਨੇਕਾਂ ਥਾਂ 'ਤੇ ਸਾਨੂੰ ਇਸ ਸੰਦਰਭ ਦੇ ਵਿੱਚ ਸ਼ਬਦ ਪ੍ਰਾਪਤ ਹੁੰਦੇ ਨੇ, ਜਿਵੇਂ ਬਚਨ ਆਉਂਦੇ ਨੇ, ਜਬ ਹਮ ਹੋਤੇ ਤਬ ਤੂੰ ਨਾਹੀਂ। ਭਗਤ ਰਵਿਦਾਸ ਸਾਹਿਬ ਜੀ ਦੇ ਪਾਵਨ ਬੋਲ ਨੇ, ਭਗਤ ਕਬੀਰ ਸਾਹਿਬ ਜੀ ਦੇ, ਉਹਨਾਂ ਦੇ ਪਾਵਨ ਬਚਨ ਆਉਂਦੇ ਹੈ। ਉਹ ਕਹਿੰਦੇ ਕਿ ਜਬ ਹਮ ਹੋਤੇ ਤਬ ਤੁਮ ਨਾਹੀਂ, ਅਬ ਤੁਮ ਹਹੋ ਹਮ ਨਾਹੀਂ, ਅਬ ਹਮ ਤੁਮ ਏਕ ਭਏ ਹੈ, ਏਕੈ ਦੇਖਤ ਮਨ ਪਤੀ ਆਹੀ। ਵੀ ਜਦੋਂ ਤੱਕ ਸਾਡੇ ਅੰਦਰ ਹਉਮੈ ਹੈ, ਹਮ ਹੋਤੇ, ਜਦੋਂ ਤੱਕ ਮੈਂ ਹੁੰਦੀ ਹੈ, ਉਨਾ ਚਿਰ ਵਾਹਿਗੁਰੂ ਦੀ ਅੰਦਰ ਸਾਖਸ਼ਾਤਤਾ ਨਹੀਂ ਹੁੰਦੀ। ਅਤੇ ਜਦੋਂ ਵਾਹਿਗੁਰੂ ਦੀ ਸਾਖਸ਼ਾਤਤਾ ਹੋ ਜਾਂਦੀ ਹੈ, ਉਸ ਸਮੇਂ ਫਿਰ ਹਮ ਨਉ ਮੈਂ ਦਾ, ਫਿਰ ਮੈਂ ਨਹੀਂ ਅੰਦਰ ਰਹਿੰਦੀ ਹੈ। ਭਗਤ ਰਵਿਦਾਸ ਸਾਹਿਬ ਜੀ ਦੇ ਵੀ ਐਸੇ ਬਚਨ ਆਉਂਦੇ ਨੇ, ਉਹਨਾਂ ਦੇ ਸੋਠ ਰਾਗ ਵਿੱਚ ਪਾਵਨ ਬੋਲ ਆਉਂਦੇ ਹੈ ਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਬੜੇ ਗਿਆਨਦਾਇਕ ਉਹਨਾਂ ਨੇ ਪਾਵਨ ਬਚਨ ਕਹੇ ਹੋਏ ਨੇ। ਉਹ ਕਹਿੰਦੇ ਕਿ ਜਬ ਹਮ ਹੋਤੇ, ਜਦੋਂ ਤੱਕ ਸਾਡੇ ਅੰਦਰ ਮੈਂ ਹੁੰਦੀ ਹੈ ਤੇ ਬੰਦਾ ਮੈਂ ਦੇ ਵਿੱਚ ਹੈ, ਅਹੰਤਾ ਅਤੇ ਮਮਤਾ ਦੇ ਵਿੱਚ ਹੈ, ਤਦੋਂ ਤੱਕ ਵਾਹਿਗੁਰੂ ਦੀ ਅੰਦਰ ਸਾਖਸ਼ਾਤਤਾ ਨਹੀਂ ਹੁੰਦੀ। ਵਾਹਿਗੁਰੂ ਤਾਂ ਹੈ, ਕਣ ਕਣ ਵਿੱਚ ਹੈ, ਸਾਡੇ ਅੰਦਰ ਵੀ ਹੈ, ਬਾਹਰ ਵੀ ਹੈ, ਰੋਮ ਰੋਮ ਵਿੱਚ ਹੈ, ਪਰੰਤੂ ਉਹਦਾ ਅਨੁਭਵ, ਉਹਨੂੰ ਮਹਿਸੂਸ ਕਰਨਾ, ਉਹਦੀ ਅੰਦਰ ਸਾਖਸ਼ਾਤਤਾ, ਇਹ ਨਹੀਂ ਸਾਨੂੰ ਸਮਝ ਵਿੱਚ ਪੈਂਦੀ, ਮਹਿਸੂਸ ਨਹੀਂ ਹੁੰਦੀ ਹੈ ਜਿੰਨਾ ਚਿਰ ਬੰਦਾ ਮੈਂ 'ਚ ਹੈ। ਅਤੇ ਜਦੋਂ ਬੰਦੇ ਦੇ ਅੰਦਰੋਂ ਮੈਂ ਚਲੀ ਜਾਂਦੀ ਹੈ, ਜਿੱਥੇ ਤੂੰ ਦੀ ਧੁਨੀ ਛਿੜ ਜਾਂਦੀ ਹੈ, ਤਾਂ ਫਿਰ ਤੂੰ ਹੀ ਤੂੰ ਪ੍ਰਗਟ ਹੋ ਜਾਂਦਾ। ਅਬ ਤੂੰ ਹੀ ਮੈਂ ਨਾਹੀਂ, ਉੱਥੇ ਫਿਰ ਮੈਂ ਨਹੀਂ ਰਹਿ ਜਾਂਦੀ। ਅਤੇ ਫਿਰ ਉਸ ਸਮੇਂ ਇੱਦਾਂ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ। ਭਗਤ ਸਾਹਿਬ ਜੀ ਕਹਿੰਦੇ ਕਿ ਜਿਵੇਂ ਸਮੁੰਦਰ ਦੇ ਵਿੱਚ ਅਤੇ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਹੈ ਨਾ ਮੇਲ, ਕਿ ਸਮੁੰਦਰ ਦੇ ਵਿੱਚ ਛੱਲ ਆਈ, ਪਾਣੀ ਹਿੱਲਿਆ ਅਤੇ ਉਹਨੂੰ ਕਹਿ ਤਾ ਆਪਾਂ ਲਹਿਰ, ਤੂੰ ਲਹਿਰ ਦੇ ਵਿੱਚ ਕੀ ਸੀ, ਪਾਣੀ ਹੀ ਸੀ ਨਾ, ਅਤੇ ਲਹਿਰ ਗਈ ਕਿੱਥੇ, ਸਮੁੰਦਰ ਦੇ ਵਿੱਚ ਹੀ ਮਿਲ ਗਈ, ਉਹਦੇ ਵਿੱਚੋਂ ਹੀ ਨਿਕਲੀ ਸੀ, ਉਹਦਾ ਹੀ ਰੂਪ ਸੀ ਅਤੇ ਉਹਦੇ ਵਿੱਚ ਹੀ ਮਿਲ ਗਈ। ਇੱਦਾਂ ਹੀ ਕਹਿੰਦੇ ਕਿ ਫਿਰ ਜਿਹੜਾ ਜਗਿਆਸੂ ਹੈ, ਉਹਦੇ ਅੰਦਰ ਐਸਾ ਗਿਆਨ ਹੋ ਜਾਂਦਾ, ਬਸ ਹਉਮੈ ਹੀ ਇੱਕ ਲਹਿਰ ਬਣੀ ਸੀ, ਉਹਦੇ ਕਰਕੇ ਥੋੜ੍ਹਾ ਵੱਖਰਾ ਭਾਸਣ ਲੱਗ ਪਏ, ਹਉਮੈ ਦੂਰ ਹੋ ਗਈ ਅਤੇ ਪਰਮਾਤਮਾ ਦਾ ਹੀ ਰੂਪ ਸਾਂ, ਉਹਦੇ ਵਿੱਚੋਂ ਹੀ ਨਿਕਲੇ ਸੀ, ਉਹਦੇ ਵਿੱਚ ਹੀ ਜਾ ਸਾਡੀ ਜੋਤ ਮਿਲੀ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਇੱਦਾਂ ਭਰਮ ਭੁਲੇਖੇ ਦੂਰ ਹੋ ਗਏ। ਤੋ ਇੱਦਾਂ ਸਾਧ ਸੰਗਤ ਜੀ, ਗੁਰਬਾਣੀ ਦੇ ਅੰਦਰ ਜਿੱਥੇ ਭਗਤ ਸਾਹਿਬਾਨਾਂ ਨੇ ਪਰਮਾਤਮਾ ਦੇ ਨਾਲੋਂ ਹਉਮੈ ਕਰਕੇ ਵਿਛੋੜਾ ਲਿਖਿਆ ਹੋਇਆ ਹੈ, ਉਥੇ ਸਤਿਗੁਰਾਂ ਨੇ ਵੀ ਆਪਣੀ ਬਾਣੀ ਦੇ ਅੰਦਰ ਅਨੇਕਾਂ ਥਾਂ 'ਤੇ ਇਹ ਹਉਮੈ ਜਿਹੜੀ ਹੈ, ਇਹਨੂੰ ਹੀ ਜਗਿਆਸੂ ਦਾ ਪਰਮਾਤਮਾ ਦੇ ਨਾਲ ਜਿਹੜਾ ਵਿਛੋੜਾ ਹੈ, ਉਹਦੇ ਵਿੱਚ ਸਭ ਤੋਂ ਵੱਡੀ ਵੈਰਣ ਇਹ ਹੀ ਹੈ, ਵਿਛੋੜਾ ਪਾਉਣ ਵਾਲੀ ਹਉਮੈ ਨੂੰ ਕਥਨ ਕੀਤਾ ਹੋਇਆ। ਬਚਨ ਆਉਂਦੇ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇਹ ਹਉਮੈ ਦਾ ਅਤੇ ਪਰਮਾਤਮਾ ਦੇ ਨਾਮ ਦਾ ਇਹ ਵਿਰੋਧ ਹੈ, ਦੋਨੇ ਇੱਕ ਥਾਂ 'ਤੇ ਨਹੀਂ ਵਸਦੀਆਂ ਹਨ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਅਤੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਜਪਜੀ ਸਾਹਿਬ ਜੀ ਦੀ ਦੂਜੀ ਪੌੜੀ, ਜਿੱਥੇ ਸਭ ਕੁਝ ਪਰਮਾਤਮਾ ਦੇ ਹੁਕਮ 'ਚ ਦੱਸਿਆ ਹੋਇਆ ਹੈ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੈ ਨਾ ਕੋਏ। ਸਾਰਾ ਕੁਝ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਪਰ ਹਉਮੈ ਪਰਮਾਤਮਾ ਦੇ ਹੁਕਮ ਨੂੰ ਬੁੱਝਣ ਨਹੀਂ ਦਿੰਦੀ। ਜਿਵੇਂ ਛੱਪੜ ਦੇ ਵਿੱਚ ਬੂਟੀ ਪੈਦਾ ਹੋਈ ਹੈ ਨਾ,
ਉਹ ਬੂਟੀ ਥੱਲੇ ਪਾਣੀ ਨੂੰ ਦਿਸਣ ਨਹੀਂ ਦਿੰਦੀ, ਪਾਣੀ ਨੂੰ ਢੱਕ ਲੈਂਦੀ ਹੈ। ਜਿਵੇਂ ਹਉਮੈ ਹੋਈ ਤਾਂ ਸਾਡੇ ਅੰਦਰੋਂ ਹੀ ਪੈਦਾ ਹੈ ਨਾ, ਪਰ ਇਹ ਅੰਦਰ ਹੀ ਪ੍ਰਮਾਤਮਾ ਨੂੰ ਢੱਕ ਲੈਂਦੀ ਹੈ, ਉਹਨੂੰ ਦਿਸਣ ਨਹੀਂ ਦਿੰਦੀ, ਬਲਕਿ ਉਹਦੇ ਬਾਰੇ ਕੁਝ ਸਾਨੂੰ ਸਮਝਣ ਵੀ ਨਹੀਂ ਦਿੰਦੀ ਹੈ, ਉਹਦੇ ਬਾਰੇ ਜਾਣਨ ਵੀ ਨਹੀਂ ਦਿੰਦੀ ਹੈ। ਹਉਮੈ ਕਰਕੇ ਪ੍ਰਮਾਤਮਾ ਨੂੰ ਬੰਦਾ ਜਾਣਦਾ ਨਹੀਂ, ਸਮਝਦਾ ਨਹੀਂ, ਅਤੇ ਆਪਣੀ ਵੱਖਰੀ ਹੋਂਦ ਬਣਾਉਣਾ ਚਾਹੁੰਦਾ ਹੈ, ਜਿਹਦੇ ਕਰਕੇ ਪ੍ਰਮਾਤਮਾ ਨਾਲੋਂ ਇਹਦਾ ਵਿਛੋੜਾ ਪੈ ਜਾਂਦਾ। ਮਹਾਰਾਜ ਕਹਿੰਦੇ ਇਹ ਹਉਮੈ ਪ੍ਰਮਾਤਮਾ ਤੋਂ ਭਾਈ ਵਿਛੋੜਾ ਪਾਉਣ ਵਾਲੀ। ਅਤੇ ਹਉਮੈ ਦੂਰ ਕਿਵੇਂ ਹੁੰਦੀ ਹੈ? ਜਦੋਂ ਸਾਡਾ ਅੰਦਰੋਂ ਹਿਰਦਾ ਪ੍ਰਮਾਤਮਾ ਦੇ ਗੁਰੂ ਦੇ ਸ਼ਬਦ ਦੇ ਨਾਲ ਜੁੜਦਾ ਹੈ ਤਾਂ ਹਉਮੈ ਟੁੱਟਣੀ ਸ਼ੁਰੂ ਹੁੰਦੀ ਹੈ। ਜਿਵੇਂ ਕਹਿ ਲਓ ਕਿ ਬਲਬ ਆਪਾਂ ਕੋਈ ਜਗਾਉਣਾ ਹੈ ਅਤੇ ਤਾਰਾਂ ਦਾ ਕਨੈਕਸ਼ਨ ਕਰਨਾ ਪੈਂਦਾ ਹੈ ਨਾ, ਜਦੋਂ ਤਾਰ ਉੱਧਰ ਉੱਧਰ ਜੁੜ ਗਈ, ਕਨੈਕਸ਼ਨ ਹੋ ਗਿਆ, ਫਿਰ ਬਿਜਲੀ ਆ ਜਾਂਦੀ ਹੈ। ਤਿਵੇਂ ਹੀ ਇਹ ਜਦੋਂ ਸ਼ਬਦ ਦਾ ਅੰਦਰ ਸਾਡੇ ਕਨੈਕਸ਼ਨ ਜੁੜ ਗਿਆ ਤਾਂ ਫਿਰ ਇਹ ਜਿਹੜੀ ਹਉਮੈ ਹੈ ਨਾ, ਇਹਨੇ ਭੱਜ ਜਾਣਾ ਅਤੇ ਵਾਹਿਗੁਰੂ ਦੀ ਜੋਤ ਅੰਦਰ ਫਿਰ ਪ੍ਰਕਾਸ਼ਣੀ ਸ਼ੁਰੂ ਹੋ ਜਾਂਦੀ ਹੈ। ਤੋ ਇਸ ਕਰਕੇ ਭਾਈ ਹਉਮੈ ਜਿਹੜੀ ਬੜੀ ਵੱਡੀ ਵੈਰਨ ਹੈ ਸਿੱਖ ਦੀ, ਮਨੁੱਖੀ ਜ਼ਿੰਦਗੀ ਦੀ। ਇਹ ਮਨੁੱਖ ਨੂੰ ਪ੍ਰਮਾਤਮਾ ਤੋਂ ਵਿਛੋੜਾ ਪਾ ਕੇ ਮਨੁੱਖ ਨੂੰ ਜੂਨਾਂ ਦੇ ਵਿੱਚ ਧੱਕ ਦਿੰਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਕਿ ਭਾਈ ਹਉਮੈ ਜਿਹੜੀ ਹੈ ਜਿੰਨਾ ਹੋ ਸਕੇ ਇਹਨੂੰ ਤਿਆਗਣਾ ਹੀ ਚਾਹੀਦਾ ਹੈ। ਮਹਾਰਾਜ ਦੇ ਬਚਨ ਆਉਂਦੇ ਨਾ, ਮਨ ਰੇ ਹਉਮੈ ਛੋੜ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ। ਉਹ ਮੇਰਿਆ ਮਨਾ ਤੂੰ ਹਉਮੈ ਨੂੰ ਛੱਡ ਦੇ ਔਰ ਗੁਰੂ ਦੀ ਸੇਵਾ ਕਰਿਆ ਕਰ, ਗੁਰੂ ਨੂੰ ਪਰਮੇਸ਼ਰ ਰੂਪ ਕਰਕੇ ਪੂਜ, ਤਾਂ ਤੂੰ ਰੱਬ ਦੀ ਦਰਗਾਹ 'ਚ ਮਾਨ ਪਾਵੇਂ। ਇਹ ਹਉਮੈ ਹੀ ਹੈ ਜਿਹੜੀ ਸਾਨੂੰ ਗੁਰੂ ਵਾਲਾ ਨਹੀਂ ਬਣਨ ਦਿੰਦੀ ਅਤੇ ਗੁਰੂ ਨੂੰ ਮੰਨਣ ਨਹੀਂ ਦਿੰਦੀ ਹੈ, ਗੁਰੂ ਦੀ ਵੀ ਮੰਨਣ ਨਹੀਂ ਦਿੰਦੀ ਹੈ। ਹਉਮੈ ਐਸੀ ਭੈੜੀ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਇਹਨੂੰ ਭਾਈ ਛੱਡ ਦੇ, ਛੱਡ ਕੇ ਅਤੇ ਫਿਰ ਪਰਮਾਤਮਾ ਵਾਲੇ ਪਾਸੇ ਜੁੜ ਜਾ। ਕਿਉਂਕਿ ਮਹਾਰਾਜ ਕਹਿੰਦੇ ਹਿੰਸਾ ਹਉਮੈ ਗਤ ਗਏ, ਨਾਹੀਂ ਸਹਿਸਾ ਰੋਗ। ਜਦੋਂ ਹਉਮੈ ਜਿਹੜੀ ਅੰਦਰੋਂ ਚਲੀ ਜਾਂਦੀ ਹੈ ਨਾ, ਫਿਰ ਨਾ ਕੋਈ ਸਹਿਸਾ ਨਾ ਕੋਈ ਸੋਗ ਗਮ ਰਹਿ ਜਾਂਦਾ। ਇਸ ਕਰਕੇ ਹਉਮੈ ਨੂੰ ਦੂਰ ਕਰਾਂਗੇ, ਸਾਰੀਆਂ ਚਿੰਤਾਵਾਂ, ਸਾਰੇ ਗਮ ਫਿਕਰ ਵੀ ਨਾਲ ਹੀ ਦੂਰ ਹੋ ਜਾਂਦੇ ਹਨ। ਅਤੇ ਹਉਮੈ ਜਿਹੜਾ ਕਰਦਾ ਹੈ ਉਹਨਾਂ ਨੂੰ ਮਹਾਰਾਜ ਨੇ ਮਨਮੁਖ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੋਇਆ। ਮਨਮੁਖ ਮੈਲੇ ਮਲ ਬਰੇ, ਹਉਮੈ ਤ੍ਰਿਸ਼ਨਾ ਵਿਕਾਰ, ਬਿਨ ਸ਼ਬਦੈ ਮੈਲ ਨਾ ਉਤਰੈ, ਮਰ ਜੰਮਹਿ ਹੋਏ ਖੁਆਰ। ਮਹਾਰਾਜ ਕਹਿੰਦੇ ਹਉਮੈ ਜਿਹੜੀ ਹੈ ਇਹ ਮਨਮੁਖ ਮੈਲ ਦੇ ਨਾਲ ਭਰ ਜਾਂਦੇ। ਹਉਮੈ ਕਰਕੇ ਇਹ ਹਉਮੈ ਉਤਰਨੀ ਹੈ ਗੁਰੂ ਦੇ ਸ਼ਬਦ ਦੇ ਨਾਲ, ਅਤੇ ਮਨਮੁਖ ਗੁਰੂ ਦੇ ਸ਼ਬਦ ਦੇ ਵਿੱਚ ਜੁੜਦਾ ਨਹੀਂ। ਜਿਹੜੇ ਗੁਰਮੁਖ ਹੁੰਦੇ ਨੇ, ਹਉਮੈ ਗੁਰਮੁਖ ਕੋਈ ਹੈ, ਨਾਮ ਰਤੇ ਸੁਖ ਹੋਏ, ਸ਼ਬਦ ਨਾ ਚੀਨੈ ਸਦਾ ਦੁੱਖ, ਹਰ ਦਰਗਹਿ ਪਦ ਖੋਏ। ਹਉਮੈ ਗੁਰਮੁਖ ਕੋਈ ਹੈ, ਨਾਮ ਰਤੇ ਸੁਖ ਹੋਏ। ਗੁਰਮੁਖ ਜਿਹੜੇ ਨੇ ਨਾਮ ਦੇ ਨਾਲ ਰੰਗੇ ਜਾਂਦੇ ਨੇ ਅਤੇ ਆਪਣੇ ਅੰਦਰੋਂ ਜਿਹੜੀ ਹਉਮੈ ਹੈ ਉਹਨੂੰ ਨਾਸ਼ ਕਰ ਦਿੰਦੇ ਹਨ। ਇਸ ਕਰਕੇ ਮਹਾਰਾਜ ਜੀ ਦੇ ਬਚਨ ਬਾਣੀ ਦੇ ਅੰਦਰ ਹੋਰ ਵੀ ਆਪਾਂ ਵਿਚਾਰੀਏ ਤਾਂ ਇੱਕ ਥਾਂ 'ਤੇ ਬਚਨ ਆਉਂਦੇ ਨੇ ਸਤਿਗੁਰਾਂ ਦੇ, ਬਿਨ ਗੁਰ ਰੋਗ ਨਾ ਟੁੱਟਈ, ਹਉਮੈ ਪੀੜ ਨਾ ਜਾਏ, ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹਿ ਸਮਾਏ। ਗੁਰ ਸ਼ਬਦੀ ਹਰ ਪਾਈਐ, ਬਿਨ ਸ਼ਬਦੈ ਭਰਮ ਭੁਲਾਏ। ਮਹਾਰਾਜ ਜੀ ਕਹਿੰਦੇ ਕਿ ਗੁਰੂ ਤੋਂ ਬਿਨਾਂ ਜਿਹੜਾ ਅਗਿਆਨਤਾ ਦਾ ਰੋਗ ਹੈ, ਹਉਮੈ ਦੀ ਪੀੜਾ ਹੈ, ਇਹ ਨਹੀਂ ਨਾਸ਼ ਹੁੰਦੀ। ਜਦੋਂ ਗੁਰੂ ਵਾਲੇ ਬਣ ਕੇ ਆਪਾਂ ਗੁਰੂ ਦਾ ਸਹਾਰਾ ਲੈਂਦੇ ਹਾਂ ਤਾਂ ਗੁਰੂ ਸਾਨੂੰ ਨਾਮ ਦਿੰਦਾ ਹੈ। ਨਾਮ ਦੇ ਆਸਰੇ ਫਿਰ ਇਹ ਹਉਮੈ ਦੂਰ ਹੁੰਦੀ ਹੈ। ਨਹੀਂ ਤਾਂ ਮਹਾਰਾਜ ਨੇ ਬਚਨ ਐਸੇ ਵੀ ਕੀਤੇ ਕਿ ਹਉਮੈ ਸਭਾ ਗਣਤ ਹੈ, ਗਣਤੇ ਨਉ ਸੁਖ ਨਾਹੇ, ਬਿਖ ਕੀ ਕਾਰ ਕਮਾਵਣੀ, ਬਿਖ ਹੀ ਮਾਹੇ ਸਮਾਹੇ, ਬਿਨ ਨਾਵੇ ਠੌਰ ਨਾ ਪਾਏ ਨੀ, ਜੰਮਪੁਰ ਦੁਖ ਸਹਾਹੇ। ਮਹਾਰਾਜ ਕਹਿੰਦੇ ਹਉਮੈ ਜਿੰਨੀ ਵੀ ਹੈ ਨਾ, ਇਹ ਸਭ ਚਿੰਤਾ ਹੀ ਚਿੰਤਾ ਹੈ, ਗਿਣਤੀਆਂ ਮਿਣਤੀਆਂ ਦੇ ਵਿੱਚ ਪਾਈ ਛੱਡਦੀ ਸਾਨੂੰ, ਅਤੇ ਚਿੰਤਾ ਦੇ ਵਿੱਚ ਪੈਣੇ ਕਰਕੇ ਫਿਰ ਸੁੱਖ ਤਾਂ ਕੋਈ ਨਹੀਂ ਉੱਥੇ ਮਿਲਦਾ ਹੈ। ਅਤੇ ਬੰਦਾ ਹਉਮੈ ਦੇ ਅਧੀਨ ਹੋ ਕਰਕੇ ਅਤੇ ਜਿਨ੍ਹਾਂ ਚੀਜ਼ਾਂ ਕਰਕੇ ਵਿਕਾਰ ਅੰਦਰ ਪੈਦਾ ਹੋਣ ਉਹੀ ਕੰਮ ਕਰਦਾ ਹੈ ਵਾਰ-ਵਾਰ।
ਨਾਮ ਨੂੰ ਜਪਦਾ ਨਹੀਂ, ਤੇ ਨਾਮ ਦੇ ਜਪਣੇ ਕਰਕੇ ਕਿਤੇ ਵੀ ਥਾਂ ਨਹੀਂ ਪਾਉਂਦਾ, ਤੇ ਜਮਾਂ ਦੀ ਪੁਰੀ 'ਚ ਜਾ ਕੇ ਵੀ ਦੁੱਖ ਹੀ ਦੁੱਖ ਸਹਾਰਦਾ ਹੈ। ਇੱਦਾਂ ਹਉਮੈ ਜਿਹੜੀ ਹੈ ਨਾ ਬੰਦੇ ਦਾ ਕਹਿ ਲਓ ਕਿ ਬੁਰਾ ਹਾਲ ਕਰ ਦਿੰਦੀ ਹੈ। ਹੁਣ ਵੇਖਿਆ ਜਾਵੇ ਤੇ ਮਨੁੱਖਾ ਸਰੀਰ ਦੇ ਅੰਦਰ ਹੀ ਪ੍ਰਮਾਤਮਾ ਨੇ ਹਉਮੈ ਪਾਈ ਹੋਈ। ਮਹਾਰਾਜ ਕਹਿੰਦੇ ਹਉਮੈ ਰੋਗ ਮਾਨੁਖ ਕਉ ਦੀਨਾ। ਇਹ ਹਉਮੈ ਦਾ ਰੋਗ ਮਨੁੱਖ ਨੂੰ ਹੀ ਦਿੱਤਾ ਹੋਇਆ ਹੈ। ਕੁੱਤੇ ਦੇ ਵਿੱਚ ਹਉਮੈ ਨਹੀਂ ਹੈ, ਉਹ ਤਾਂ ਵੇਖ ਲਓ ਕਿੱਦਾਂ ਪੂਛ ਹਿਲਾਉਂਦਾ ਹੈ, ਪੁੰਜੇ ਹੀ ਬਹਿ ਜਾਂਦਾ, ਜਿੱਦਾਂ ਮਰਜ਼ੀ ਰੋਟੀ ਨੂੰ ਸੁੱਟ ਕੇ ਪਾਓ ਉਹਨੇ ਖਾ ਲੈਣੀ। ਪਰ ਬੰਦੇ ਦੇ ਅੰਦਰ ਹਉਮੈ ਹੈ, ਇੰਨੀ ਜ਼ਿਆਦਾ ਹਉਮੈ ਕਿ ਹੁਣ ਤਾਂ ਗੁਰੂ ਘਰ ਦੇ ਵਿੱਚ ਵੀ ਆਪਣੀ ਹਉਮੈ ਨੂੰ, ਜਿੱਥੇ ਆ ਕੇ ਹਉਮੈ ਦੂਰ ਕਰਨੀ ਸੀ, ਇੱਥੇ ਵੀ ਹਉਮੈ ਰੱਖ ਕੇ ਬਹਿ ਗਿਆ। ਪੁੰਜੇ ਨਹੀਂ ਬੈਠਣਾ ਚਾਹੁੰਦਾ, ਗੁਰਦੁਆਰੇ ਵੀ ਕਹਿੰਦਾ ਮੈਂ ਪੁੰਜੇ ਬੈਠ ਕੇ ਲੰਗਰ ਨਹੀਂ ਛਕਣਾ। ਇਹਦੀ ਹਉਮੈ ਨੇ ਗੁਰੂ ਘਰ ਦੀ ਮਰਜ਼ਾਦਾ ਨੂੰ ਵੀ ਢਾਹ ਲਾ ਦਿੱਤੀ। ਗੁਰਦੁਆਰਿਆਂ ਦੇ ਵਿੱਚ ਕੁਰਸੀਆਂ ਮੇਜ਼ ਡਾਹੁਣੇ ਸ਼ੁਰੂ ਹੋ ਗਏ। ਲੰਗਰਾਂ ਦੇ ਵਿੱਚ ਵੀ ਜਿੱਦਾਂ ਹੋਟਲਾਂ 'ਚ ਮੇਜ਼ ਟੇਬਲ ਕੁਰਸੀਆਂ ਲੱਗੇ ਹੁੰਦੇ, ਬਸ ਉਸੇ ਤਰ੍ਹਾਂ ਹੀ ਲੰਗਰਾਂ ਦੇ ਵਿੱਚ ਲੱਗ ਗਏ। ਇਹਦੀ ਹਉਮੈ, ਮਨੁੱਖ ਦੀ ਹਉਮੈ ਨੇ ਦੇਖੋ ਇਹਨੂੰ ਕਿੱਥੋਂ ਤੱਕ ਜਾ ਸੁੱਟਿਆ ਹੈ। ਇਹ ਹਉਮੈ ਕੁਝ ਮੰਨਣ ਨਹੀਂ ਦਿੰਦੀ ਹੈ, ਗੁਰੂ ਦੀ ਗੱਲ ਮੰਨਣ ਨਹੀਂ ਦਿੰਦੀ, ਬਲਕਿ ਗੁਰੂ ਨੂੰ ਵੀ ਆਪਣੀ ਮਨਾਉਣ ਦੀ ਜਿੱਦ ਕਰਦਾ ਹੈ। ਹਉਮੈ ਐਸੀ ਹੈ, ਇਸ ਕਰਕੇ ਭਾਈ ਇਹਨੂੰ ਜਿੰਨਾ ਛੇਤੀ ਹੋ ਸਕੇ ਤਿਆਗਣਾ ਹੀ ਜ਼ਰੂਰੀ ਹੈ। ਨਹੀਂ ਤਾਂ ਇਸ ਹਉਮੈ ਨੇ ਮਨੁੱਖਾ ਜੀਵਨ ਜੇ ਸਾਡੀ ਇੱਦਾਂ ਹੀ ਉਮਰ ਲੰਘ ਗਈ ਤਾਂ ਫਿਰ ਭਾਈ ਇਹਨੇ ਤਾਂ ਜਮਾਂ ਦੀ ਪੁਰੀ 'ਚ ਹੀ ਭੇਜਣਾ ਹੈ, ਅਤੇ ਇਹਨੇ ਤਾਂ ਫਿਰ ਮੁੜ ਕੇ ਗਾਂ 84 ਦੇ ਗੇੜੇ 'ਚ ਸੁੱਟ ਦੇਣਾ ਹੈ। ਤਾਂ ਕਰਕੇ ਭਾਈ ਹਉਮੈ ਦਾ ਤਿਆਗ ਕਰਨਾ। ਹੁਣ ਤਿਆਗ ਕਿਵੇਂ ਹੋਵੇ ਉਹਦਾ ਇੱਥੇ ਸਾਨੂੰ ਉਪਦੇਸ਼ ਦੇ ਰਹੇ ਨੇ। ਕਹਿ ਰਹੇ ਨੇ ਕਿ ਨਾਦੈ ਮਿਲਿਆ ਨਾਦ ਹਉਮੈ ਭੰਜਨੋ। ਨਾਦ ਨਾਉ ਸ਼ਬਦ ਦਾ ਹੈ। ਜਦੋਂ ਸ਼ਬਦ ਦੇ ਨਾਲ ਸਾਡੀ ਸੁਰਤ ਦਾ ਮਿਲਾਪ ਹੋ ਜਾਵੇ, ਨਾਦੈ ਮਿਲਿਆ, ਸਾਡਾ ਮਨ ਜਦੋਂ ਨਾਦ ਸ਼ਬਦ ਨਾਲ ਮਿਲਿਆ ਤਾਂ ਹਉਮੈ ਭੰਜਨੋ, ਹਉਮੈ ਨਾਸ਼ ਹੋਵੇਗੀ। ਮਿਲਿਆ ਨਾਦ, ਫਿਰ ਜਿਹੜਾ ਸਿੱਖ ਹੈ ਇਹ ਸ਼ਬਦ ਦੇ ਵਿੱਚ ਹੀ ਮਿਲ ਜਾਵੇਗਾ ਅਤੇ ਸ਼ਬਦ ਦਾ ਹੀ ਸਰੂਪ ਹੋ ਜਾਵੇਗਾ। ਬਿਸਮਾਦੈ ਬਿਸਮਾਦ ਗੁਰਮੁਖ ਅੰਜਨੋ। ਫਿਰ ਕਹਿੰਦੇ ਬਿਸਮਾਦੇ ਬਿਸਮਾਦ, ਬਿਸਮਾਦ ਨਾਮ ਹੈ ਅਸਚਰਜ ਅਵਸਥਾ ਦਾ। ਕਹਿੰਦੇ ਇਸ ਲਈ ਗੁਰਮੁਖ ਜਿਹੜੇ ਨੇ, ਗੁਰਮੁਖ ਅੰਜਨੋ, ਗੁਰਮੁਖਾਂ ਦਾ ਅੰਜਨ ਨਾਮ ਹੈ ਸੁਰਮਾ, ਉਹ ਗਿਆਨ ਦਾ ਸੁਰਮਾ ਪਾਉਂਦੇ ਨੇ। ਜਿਵੇਂ ਕਿਸੇ ਦੀਆਂ ਅੱਖਾਂ ਵਿੱਚ ਤਾਰ ਜੀ ਪੈ ਜਾਂਦੀ ਨਾ, ਜਿਵੇਂ ਜਾਲਾ ਜਿਹਾ ਉੱਡਦਾ ਹੁੰਦਾ ਮੱਕੜੀ ਦਾ, ਅਤੇ ਉਹ ਅੱਖਾਂ 'ਚ ਪੈ ਜਾਵੇ, ਦਿਸਦਾ ਨਹੀਂ ਕੁਝ, ਤਾਂ ਉਹ ਅੱਖ ਦੇ ਵਿੱਚ ਬੜੀ ਜਲਨ ਪੈਦਾ ਕਰਦੀ ਹੈ। ਕਈ ਵਾਰੀ ਹੋਰ ਕਿਣਕੇ ਆਦਿਕ ਅੱਖ 'ਚ ਪੈ ਜਾਂਦੇ ਆ, ਬੜੀ ਜਲਨ ਹੁੰਦੀ, ਨਿਕਲਦਾ ਕੁਝ ਨਹੀਂ ਅੱਖ ਦੇ ਵਿੱਚੋਂ, ਅਤੇ ਫਿਰ ਉਹ ਬੰਦਾ ਵੈਦਾਂ ਦੇ ਕੋਲੇ ਜਾਂਦਾ। ਸਿਆਣੇ ਵੈਦ ਫਿਰ ਦੇਖਦੇ ਆ ਵੀ ਹਾਂ ਇਹਦੀ ਅੱਖ 'ਚ ਰੋਗ ਹੋ ਗਿਆ, ਤਾਂ ਫਿਰ ਉਹ ਸਿਆਣੇ ਵੈਦ ਸੋਹਣਾ ਜਿਹਾ ਬੜਾ ਇੱਕ ਸੁਰਮਾ ਬਣਾਉਂਦੇ ਆ, ਇੱਕ ਤਰ੍ਹਾਂ ਦੀ ਦਵਾਈ ਬਣਾ ਦਿੰਦੇ ਹੁੰਦੇ ਸੁਰਮੇ ਦੀ। ਫਿਰ ਉਹ ਸੁਰਮੇ ਦੀਆਂ ਸਲਾਈਆਂ ਅੱਖਾਂ ਦੇ ਵਿੱਚ ਪਾਉਂਦੇ ਨੇ, ਜਿਹਦੇ ਕਾਰਨ ਅੱਖ ਦੇ ਵਿੱਚੋਂ ਇੱਕਦਮ ਪਾਣੀ ਨਿਕਲਦਾ, ਅਤੇ ਜੋ ਕੁਝ ਵੀ ਮੈਲ ਜੀ ਹੁੰਦੀ ਅੱਖ ਦੀ ਸਾਰੀ ਉਹ ਪਾਣੀ ਦੇ ਰਾਹੀਂ ਬਾਹਰ ਨਿਕਲ ਆਉਂਦੀ, ਅੱਖ ਦਾ ਰੋਗ ਠੀਕ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਇਹ ਫਿਰ ਗੁਰੂ ਦੇ ਕੋਲੇ ਜਾਂਦੇ ਆ। ਸਾਡੀ ਅੱਖ ਕਿਹੜੀ ਹੈ? ਮਨ ਅਤੇ ਬੁੱਧ, ਇਹਨਾਂ ਦੇ ਵਿੱਚ ਹਉਮੈ ਦਾ ਹੀ ਕਣਕਾ ਪਿਆ ਹੋਇਆ, ਜਾਂ ਭਰਮ ਭੁਲੇਖੇ ਦਾ ਜਿਹੜਾ ਭਰਮ ਹੈ ਨਾ, ਭੁਲੇਖਾ, ਇਹ ਹੀ ਅੰਦਰ ਕਣ ਪੈ ਗਏ ਆ, ਤਾਰ ਪੈ ਗਈ ਇਹਨਾਂ ਦੀ, ਜਿਹਦੇ ਕਰਕੇ ਆਪਣਾ ਮਨ ਅਤੇ ਆਪਣੀ ਬੁੱਧ ਮੱਚਦੇ ਹੀ ਰਹਿੰਦੇ ਹਨ, ਸੜੇ ਪੁੱਜੇ ਹੀ ਰਹਿੰਦੇ ਨੇ, ਅੰਦਰ ਟਿਕਾ ਨਹੀਂ ਹੈ ਕੋਈ। ਤਾਂ ਫਿਰ ਜੇਕਰ ਪੂਰੇ ਗੁਰੂ ਦੇ ਕੋਲੇ ਆ ਜਾਈਏ, ਗੁਰਮੁਖ ਤਾਂ ਪੂਰੇ ਗੁਰੂ ਕੋਲੇ ਆ ਜਾਂਦੇ ਆ ਕਿ ਮਹਾਰਾਜ ਨੂੰ ਕਿਰਪਾ ਕਰੋ ਅਤੇ ਸਾਡੀ ਰੱਖਿਆ ਕਰੋ। ਅਤੇ ਫਿਰ ਗੁਰੂ ਦੇ ਕੋਲੇ ਕੀ ਹੈ? ਗਿਆਨ ਸਲਾਕਾ ਦੈ ਬੁੱਧ ਲੋਚਨ, ਕਰ ਹੈ ਤਮ ਅਗਿਆਨ ਵਿਮੋਚਨ। ਕਹਿੰਦੇ ਗੁਰੂ ਦੇ ਕੋਲੇ ਫਿਰ ਗਿਆਨ ਦੀਆਂ ਸਲਾਈਆਂ ਨੇ, ਉਹ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਗਿਆਨ ਦੀਆਂ ਸਲਾਈਆਂ ਫੇਰਦਾ ਹੈ ਗੁਰੂ, ਭਾਵ ਸਿੱਖ ਨੂੰ ਗਿਆਨ ਦਿੰਦਾ ਹੈ।
ਅਤੇ ਗਿਆਨ ਦੇ ਨਾਲ ਉਹਨਾਂ ਦਾ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਉਹਨੂੰ ਦੂਰ ਕਰ ਦਿੰਦਾ ਹੈ ਅਤੇ ਫਿਰ ਅੰਦਰ ਨਿਰਾਵਰਨ ਗਿਆਨ ਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਸਿੱਖ ਦੇ ਅੰਦਰ ਜਦੋਂ ਨਿਰਾਵਰਨ ਗਿਆਨ ਹੋ ਗਿਆ, ਦੇਹ ਪਰਮ ਸ਼ਾਂਤ, ਤਦੋਂ ਕਹਿੰਦੇ ਪਰਮ ਸ਼ਾਂਤੀ ਸਿੱਖ ਨੂੰ ਬਖਸ਼ਿਸ਼ ਕਰ ਦਿੰਦਾ। ਜਦੋਂ ਅੱਖਾਂ 'ਚੋਂ ਜਲਨ ਮੁੱਕ ਗਈ, ਬੜਾ ਟਿਕਾ ਜਿਹਾ ਆ ਜਾਂਦਾ। ਜਿਵੇਂ ਹੀ ਜਦੋਂ ਸਿੱਖ ਦੇ ਮਨ ਅਤੇ ਬੁੱਧ ਦੇ ਅੰਦਰ ਜਿਹੜਾ ਅਗਿਆਨ ਹੈ, ਭਰਮ ਭੁਲੇਖਾ ਹੈ, ਜਦੋਂ ਇਹ ਮਿਟ ਗਿਆ ਤਾਂ ਫਿਰ ਅੰਦਰ ਫਿਰ ਪਰਮ ਸ਼ਾਂਤੀ ਪ੍ਰਾਪਤ ਹੋਵੇਗੀ। ਉਹ ਅਵਸਥਾ ਫਿਰ ਕਹਿਣ ਕਥਨ ਤੋਂ ਪਰੇ ਹੁੰਦੀ ਹੈ। ਭਾਈ ਗੁਰਦਾਸ ਜੀ ਦਾ ਜ਼ਿਕਰ ਕਰਦੇ, ਕਹਿੰਦੇ ਗੁਰਮੁਖ ਅੰਜਨੋ, ਗੁਰਮੁਖਾਂ ਨੇ ਉਹ ਗਿਆਨ ਦਾ ਸੁਰਮਾ ਗੁਰੂ ਦੇ ਪਾਸੋਂ ਜੁਗਤ ਰੂਪੀ ਸਲਾਈਆਂ ਦੇ ਨਾਲ ਪਵਾਇਆ ਹੈ। ਭਾਵ ਗੁਰੂ ਦਾ ਜਿਹੜਾ ਗਿਆਨ ਹੈ ਇਹਨੂੰ ਧਾਰਨ ਕੀਤਾ, ਆਪਣੇ ਮਨ ਵਿੱਚ ਮੰਨਿਆ, ਆਪਣੀ ਬੁੱਧ ਵਿੱਚ ਨਿਰਣੇ ਕੀਤਾ ਹੈ, ਜਿਸ ਕਰਕੇ ਇਹ ਬਿਸਮਾਦੇ ਬਿਸਮਾਦ, ਅਚਰਜ ਤੋਂ ਅਚਰਜ ਸਰੂਪ ਹੋ ਗਏ ਨੇ। ਜਾਂ ਗੁਰਮੁਖਾਂ ਦਾ ਗਿਆਨ ਵੀ ਅਚਰਜ ਤੋਂ ਅਚਰਜ ਹੈ, ਜਾਂ ਗੁਰਮੁਖ ਅਚਰਜ ਸਰੂਪ ਪਰਮਾਤਮਾ ਨਾਲ ਮਿਲ ਕੇ ਅਚਰਜ ਸਰੂਪ ਹੀ ਹੋ ਜਾਂਦੇ ਹਨ। ਜਾਂ ਗੁਰਮੁਖਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ, ਉਹ ਵੀ ਭਾਈ ਬੜਾ ਅਚਰਜ ਤੋਂ ਅਚਰਜ ਹੈ। ਗੁਰਮਤਿ ਗੁਰ ਪ੍ਰਸਾਦ ਪਰਮ ਨਿਖੰਜਨੋ, ਗੁਰਮਤਿ ਗੁਰ ਪ੍ਰਸਾਦ, ਕਹਿੰਦੇ ਫਿਰ ਜਿਹੜੇ ਗੁਰਮੁਖ ਹਨ ਉਹ ਗੁਰਮਤਿ ਦੇ ਵਿੱਚ ਆਉਂਦੇ ਆ ਔਰ ਗੁਰੂ ਦੀ ਕਿਰਪਾ ਨੂੰ ਧਾਰਨ ਕਰਦੇ ਆ, ਜਾਂ ਗੁਰੂ ਦੀ ਕਿਰਪਾ ਅਤੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਉਹਨਾਂ ਦਾ ਸਾਰਾ ਹੀ ਭਰਮ ਆਦਿਕ ਅੰਦਰੋਂ ਖਤਮ ਹੋ ਜਾਂਦਾ, ਭੁਲੇਖਾ ਨਾਸ਼ ਹੋ ਜਾਂਦਾ, ਕੱਟਿਆ ਜਾਂਦਾ ਹੈ। ਇਸ ਕਰਕੇ ਗੁਰਮੁਖ ਸਦਾ ਹੀ ਗੁਰਮਤਿ ਦੇ ਵਿੱਚ ਰਹਿੰਦੇ ਆ। ਜਿਹੜੇ ਗੁਰਮਤਿ ਵਿੱਚ ਰਹਿੰਦੇ ਹੈ ਉਹਨਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰਮਤਿ ਕੀ ਮੱਤਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਸਾਧ ਸੰਗਤ ਜੀ। ਇੱਕ ਹੈ ਨਿਜ ਮਤ, ਇੱਕ ਹੈ ਅਨਮਤ, ਇੱਕ ਹੈ ਦੁਰਮਤ, ਇੱਕ ਹੈ ਗੁਰਮਤਿ। ਜਿਹੜੀ ਨਿਜ ਮਤ ਹੈ, ਆਪਣੀ ਮਤ, ਇਹ ਚੰਗੀ ਵੀ ਹੋ ਸਕਦੀ ਹੈ ਅਤੇ ਮੰਦੀ ਵੀ ਹੋ ਸਕਦੀ ਹੈ। ਜੇ ਨਿਜ ਮਤ ਵਿੱਚ ਹਉਮੈ ਮਿਲੀ ਹੋਈ ਹੈ ਫਿਰ ਤਾਂ ਇਹ ਬੜੀ ਮੰਦੀ ਹੈ। ਆਪਣੇ ਹੰਕਾਰ ਵਿੱਚ ਰਹਿਣਾ, ਆਪਣੀ ਆਕੜ ਵਿੱਚ ਰਹਿਣਾ, ਆਪਣੀ ਮਤ ਦੀ ਮਰਜ਼ੀ ਕਰਨੀ, ਇਹ ਤਾਂ ਫਿਰ ਬੜਾ ਨੁਕਸਾਨ ਕਰ ਦਿੰਦੀ। ਇਹ ਬੰਦੇ ਨੂੰ ਨਾ ਤਾਂ ਘਰ ਘਾਟ ਦਾ ਰਹਿਣ ਦਿੰਦੀ, ਨਾ ਬਾਹਰ ਕਿਤੇ ਚੰਗਾ ਰਹਿਣ ਦਿੰਦੀ ਹੈ। ਜਿਹੜਾ ਬੰਦਾ ਆਪਣੀ ਹੀ ਮੱਤ ਸਭ ਥਾਵਾਂ 'ਤੇ ਘੂੜਦਾ ਹੈ। ਦੁਰਮਤ ਨਾਉ ਹੈ ਖੋਟੀ ਮੱਤ ਦਾ, ਇਹ ਵੀ ਬੜੀ ਮਾੜੀ ਹੈ। ਮਾਰੇ ਕਿ ਦੁਰਮਤ ਮਦ ਜੋ, ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ। ਇਹ ਦੁਰਮਤ ਤਾਂ ਇੱਕ ਸ਼ਰਾਬ ਦੀ ਨਿਆਈ ਹੈ। ਜਿਵੇਂ ਸ਼ਰਾਬ ਪੀਣ ਵਾਲਾ ਬੰਦਾ ਭੁੱਲ ਜਾਂਦਾ ਸਾਰਾ ਕੁਝ, ਹੀ ਕਮਲਾ ਹੋ ਜਾਂਦਾ, ਕਹਿੰਦੇ ਤਿਵੇਂ ਹੀ ਜਿਹੜਾ ਖੋਟੀ ਮੱਤ ਦੀ ਸ਼ਰਾਬ ਪੀਂਦਾ, ਖੋਟੀ ਮੱਤ ਦੇ ਵਿੱਚ ਲੱਗਿਆ ਰਹਿੰਦਾ, ਉਹ ਵੀ ਕਮਲਾ ਹੀ ਹੋ ਜਾਂਦਾ ਹੈ। ਉਹਦਾ ਬਿਖਲੀ ਪਤ, ਵੇਸ਼ਵਾ ਦਾ ਜਿਵੇਂ ਪਤੀ ਹੁੰਦਾ, ਉਹਦਾ ਪਤੀ ਕੋਈ ਵੀ ਨਹੀਂ ਹੁੰਦਾ। ਉਹਦੇ ਲਈ ਬੜਾ ਭੈੜਾ ਜਿਹਾ ਸ਼ਬਦ ਵਰਤਿਆ ਜਾਂਦਾ, ਕਹਿੰਦੇ ਉਹ ਜਾਣੋ ਤੁਸੀਂ। ਐਸੀ ਉਹਨਾਂ ਦੀ ਹਾਲਤ ਹੈ। ਤਾਂ ਕਰਕੇ ਇੱਕ ਅਨਮਤ, ਅਨਮਤ ਨਾ ਹੋਰ ਮਤ, ਹੋਰ ਹੀ ਮੱਤਾਂ ਦੇ ਵਿੱਚ ਤੁਰੀ ਫਿਰਨਾ, ਜਾਂ ਹੋਰਨਾਂ ਮੱਤਾਂ ਦੀਆਂ ਸਲਾਹਾਂ ਦੇ ਵਿੱਚ ਹੀ ਸਦਾ ਪਏ ਰਹਿਣਾ। ਫਲਾਣੇ ਨੇ ਕੀ ਕਿਹਾ, ਉਹਨੇ ਕੀ ਕਿਹਾ ਅਤੇ ਉਹਨੇ ਕੀ ਕਿਹਾ, ਉੱਧਰ ਹੀ ਪਰਚੇ ਰਹਿਣਾ। ਇਹ ਸਾਰੀਆਂ ਮੱਤਾਂ ਜਿਹੜੀਆਂ ਨੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀਆਂ। ਜਿਹੜੀ ਗੁਰਮਤਿ ਹੈ ਇਹ ਬੰਦੇ ਨੂੰ ਬੰਦਾ ਬਣਾਉਂਦੀ ਹੈ। ਇਕੱਲਾ ਬੰਦਾ ਹੀ ਨਹੀਂ ਬਣਾਉਂਦੀ, ਬੰਦੇ ਤੋਂ ਦੇਵਤਾ, ਦੇਵਤੇ ਤੋਂ ਸੰਤ, ਸੰਤ ਤੋਂ ਪਰਮਾਤਮਾ ਹੀ ਬਣਾ ਦਿੰਦੀ ਹੈ ਗੁਰਮਤਿ। ਇਸ ਕਰਕੇ ਗੁਰਮਤਿ ਹੀ ਅਵਲ ਹੈ। ਤਾਂ ਕਰਕੇ ਭਾਈ ਜਿਹੜੇ ਗੁਰਮਤਿ ਨੂੰ ਧਾਰਨ ਕਰਦੇ, ਗੁਰਮਤਿ ਕੀ ਵੀ ਆਪਣਾ ਹਰੇਕ ਜਿਹੜਾ ਸੁਭਾਅ ਹੈ ਗੁਰੂ ਦੀ ਮੱਤ ਦੇ ਅਨੁਸਾਰ ਉਹਨੂੰ ਢਾਲਣਾ। ਕੋਈ ਵੀ ਆਪਾਂ ਚਾਹੇ ਕਰਮ ਕਰਦੇ ਹਾਂ ਉਹਦੇ ਵਿੱਚ ਗੁਰੂ ਦੀ ਮੱਤ ਨੂੰ ਮੁੱਖ ਰੱਖਣਾ ਵੀ ਇਹਦੇ ਵਿੱਚ ਗੁਰੂ ਦੀ ਮੱਤ ਕੀ ਕਹਿੰਦੀ ਹੈ। ਗੁਰੂ ਦੀ ਮੱਤ ਸਾਨੂੰ ਕਹਿੰਦੀ ਹੈ ਕਿਸੇ ਨਾਲ ਬੁਰਾ ਨਹੀਂ ਕਰਨਾ, ਸਤ ਸੰਗਤ ਕਰਨੀ, ਨਾਮ ਜਪਣਾ, ਸਿੱਖਾਂ ਦੀ ਸੇਵਾ ਕਰਨੀ ਹੈ, ਹਉਮੈ ਨਹੀਂ ਕਰਨੀ। ਇਹ ਗੁਰੂ ਦੀ ਮੱਤ ਸਾਨੂੰ ਕਹਿੰਦੀ ਆ। ਇਹਨੂੰ ਧਾਰਨ ਕਰਨਾ ਗੁਰੂ ਦੀ ਮੱਤ ਨੂੰ। ਜਿਹੜਾ ਇਹ ਗੁਰੂ ਦੀ ਮੱਤ ਨੂੰ ਧਾਰਨ ਕਰਦਾ ਹੈ ਗੁਰ ਪ੍ਰਸਾਦ, ਉਹਦੇ 'ਤੇ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਬੇਅੰਤ ਸਾਖੀਆਂ ਆਪਾਂ ਗੁਰਸਿੱਖਾਂ ਦੀਆਂ ਸੁਣਦੇ ਰਹਿੰਦੇ ਨਾ ਵੀ ਜਿਹੜੇ ਗੁਰਸਿੱਖ ਜਿਹੜੇ ਸੀ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਰਹਿੰਦੇ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਕੁਝ ਗੁਰਸਿੱਖ ਸਨ,
ਅਤੇ ਉਹ ਅੰਮ੍ਰਿਤ ਵੇਲੇ ਨਾਲ ਉੱਠਿਆ ਕਰਦੇ। ਉੱਠ ਕੇ ਬੜੇ ਚਾਅ ਅਤੇ ਪਿਆਰ ਦੇ ਨਾਲ ਸੇਵਾ ਕਰਿਆ ਕਰਦੇ। ਪਹਿਲਾਂ ਤਾਂ ਇਸ਼ਨਾਨ ਕਰਨਾ, ਸਿਮਰਨ ਕਰਨਾ, ਬਾਣੀ ਪੜ੍ਹਨੀ ਅਤੇ ਦੋਨੇ ਸਮੇਂ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਨੀਆਂ। ਕਥਾ ਬੜੇ ਪਿਆਰ ਨਾਲ ਬਹਿ ਕੇ ਸੁਣਿਆ ਕਰਨੀ ਅਤੇ ਸਿੱਖਾਂ ਦੀ ਬੜੇ ਪਿਆਰ ਦੇ ਨਾਲ ਸੇਵਾ ਕਰਨੀ। ਤਰਖਾਣ ਸਨ ਅਤੇ ਲੱਕੜਾਂ ਘੜ ਕੇ ਬੜੇ ਸੋਹਣੇ ਕਹਿ ਲਓ ਕਿ ਮੰਜੇ ਆਦਿਕ ਬਣਾ ਦਿਆ ਕਰਦੇ। ਹੋਰ ਬੜੀਆਂ ਚੀਜ਼ਾਂ ਬਣਾ ਕੇ ਸਿੱਖਾਂ ਨੂੰ ਦਿਆ ਕਰਦੇ ਸੀ। ਤੋ ਇਹਨਾਂ ਦਾ ਜਦੋਂ ਅੰਤ ਦਾ ਸਮਾਂ ਆ ਗਿਆ, ਉੱਥੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਮਹਾਰਾਜ ਨੂੰ ਜਾ ਕੇ ਨਮਸਕਾਰ ਕੀਤੀ। ਮਹਾਰਾਜ ਨੇ ਬੜੀਆਂ ਇਹਨਾਂ ਦੇ ਬਖਸ਼ਾਂ ਕੀਤੀਆਂ। ਮੱਥਾ ਟੇਕ ਕੇ ਅਤੇ ਆਗਿਆ ਲੈ ਕੇ ਘਰ ਆਏ। ਜਿਹੜਾ ਕੋਈ ਸਾਜੋ ਸਮਾਨ ਸੀ ਆਪਣਾ ਉਹ ਸਾਰਾ ਹੀ ਵੰਡ ਦਿੱਤਾ ਸਿੱਖਾਂ ਨੂੰ, ਅਤੇ ਆਪ ਬਸ ਦੋਨੇ ਦੋ ਸਿੱਖ ਸੀ ਸ਼ਾਇਦ, ਉਹ ਦੋਨੇ ਲੰਮੇ ਪੈ ਗਏ। ਲੰਮੇ ਪੈ ਕੇ ਅਤੇ ਆਪਣੇ ਸਰੀਰ ਨੂੰ ਤਿਆਗ ਗਏ। ਮਹਾਰਾਜ ਜੀ ਨੂੰ ਆ ਕੇ ਦੱਸਿਆ ਅਤੇ ਸਤਿਗੁਰੂ ਜੀ ਫਿਰ ਆਪ ਸੰਗਤ ਜੀ ਗਏ ਸਨ ਅਤੇ ਆਪਣੇ ਹੱਥੀਂ ਮਹਾਰਾਜ ਜੀ ਨੇ ਉਹਨਾਂ ਦੋਨਾਂ ਦਾ ਸੰਸਕਾਰ ਕੀਤਾ ਸੀ। ਮਹਾਰਾਜ ਜੀ ਉਹਨਾਂ 'ਤੇ ਬੜੇ ਖੁਸ਼ ਹੋਏ ਸੀ ਵੀ ਇਹ ਜੀਵਨ ਨੂੰ ਕਮਾ ਕੇ ਗਏ ਹਨ। ਇੱਦਾਂ ਭਾਈ ਜਿਹੜੇ ਗੁਰਮਤਿ ਨੂੰ ਧਾਰਨ ਕਰਕੇ ਰਹਿੰਦੇ ਆ ਉਹਨਾਂ 'ਤੇ ਹੀ ਗੁਰੂ ਕਿਰਪਾ ਕਰਦਾ ਹੈ, ਜਿਹੜੇ ਗੁਰਮਤਿ ਦੇ ਵਿੱਚ ਨੇ। ਅਤੇ ਜਿਹੜੇ ਦੁਰਮਤ ਵਿੱਚ ਲੱਗੇ ਹੋਏ ਨੇ ਉਹ ਫਿਰ ਆਪਣੀ ਜੀਵਨ ਦੀ ਬਾਜੀ ਹਾਰ ਜਾਂਦੇ। ਗੁਰਮਤਿ ਨੂੰ ਧਾਰਨ ਵਾਲਿਆਂ ਨੂੰ ਗੁਰਮੁਖ ਕਿਹਾ ਜਾਂਦਾ ਅਤੇ ਦੁਰਮਤ ਨੂੰ ਧਾਰਨ ਵਾਲਿਆਂ ਨੂੰ ਮਨਮੁਖ ਕਿਹਾ ਜਾਂਦਾ। ਅਤੇ ਮਹਾਰਾਜ ਕਹਿੰਦੇ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਲਾਹਾ ਲੈ ਜਾਂਦੇ ਨੇ ਅਤੇ ਮਨਮੁਖ ਦੁਰਮਤ 'ਚ ਲੱਗੇ ਹੋਏ ਆਪਣਾ ਮੂਲ ਵੀ ਗਵਾ ਜਾਂਦੇ ਨੇ। ਇਸ ਕਰਕੇ ਭਾਈ ਇਹ ਗੁਰਮੁਖਾਂ ਦਾ ਐਸਾ ਜੀਵਨ, ਕਹਿੰਦੇ ਉਹ ਗੁਰਮਤਿ ਵਿੱਚ ਰਹਿੰਦੇ ਅਤੇ ਗੁਰਮਤਿ 'ਚ ਰਹਿਣੇ ਕਰਕੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਆ। ਜਿਸ ਕਰਕੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਅਤੇ ਗੁਰੂ ਉਹਨਾਂ ਦਾ ਸਾਰਾ ਹੀ ਭਰਮ ਕੱਟ ਦਿੰਦਾ ਹੈ। ਆਦਿ ਪੁਰਖ ਪਰਮਾਦ ਅਕਾਲ ਅਗੰਜਨੂ। ਫਿਰ ਜੋ ਆਦਿ ਪੁਰਖ ਹੈ ਪ੍ਰਮਾਤਮਾ, ਪਰਮਾਦ ਸਭ ਤੋਂ ਵੱਡਾ ਹੈ, ਸਭ ਦਾ ਹੀ ਮੁੱਢ ਹੈ। ਅਕਾਲ ਮੌਤ ਤੋਂ ਰਹਿਤ ਹੈ, ਅਗੰਜਨੋ ਨਾਸ਼ ਤੋਂ ਵੀ ਰਹਿਤ ਹੈ। ਸੇਵਕ ਸਿਵ ਸੰਕਾਦ ਕਿਰਪਾ ਕਰੰਜਨੋ। ਉਹ ਪ੍ਰਮਾਤਮਾ ਜਦੋਂ ਕਿਰਪਾ ਕਰਦਾ, ਐਸਾ ਜਿਹੜਾ ਪ੍ਰਮਾਤਮਾ ਹੈ ਜਦੋਂ ਉਹ ਕਿਰਪਾ ਕਰਦਾ ਹੈ ਅਤੇ ਕਹਿੰਦੇ ਫਿਰ ਕਿਰਪਾ ਕਰਕੇ ਕੀ ਕਰਦਾ, ਜਿਹੜੇ ਸ਼ਿਵ ਜੀ, ਸਨਕ ਸਨੰਦਨ ਸਨਾਤਨ ਸੰਤ ਕੁਮਾਰ ਬ੍ਰਹਮਾ ਆਦਿਕ ਦੇ ਜਿਹੜੇ ਪੁੱਤਰ ਨੇ, ਕਹਿੰਦੇ ਇਹਨਾਂ ਨੂੰ ਵੀ ਉਹ ਪ੍ਰਮਾਤਮਾ ਗੁਰਮੁਖਾਂ ਦਾ ਸੇਵਕ ਬਣਾ ਦਿੰਦਾ ਹੈ। ਇਹ ਵੀ ਗੁਰਮੁਖਾਂ ਦੀ ਸੇਵਾ ਕਰਨ ਵਾਲੇ ਬਣ ਜਾਂਦੇ ਹਨ। ਜਾਂ ਜੋ ਆਦਿ ਪੁਰਖ ਹੈ, ਸਭ ਦਾ ਮੁੱਢ ਹੈ, ਅਕਾਲ ਅਤੇ ਅਗੰਜ, ਕੱਟਣ ਤੋਂ ਰਹਿਤ ਹੈ, ਟੁੱਟਣ ਤੋਂ ਰਹਿਤ ਹੈ। ਇਹ ਸੇਵਕਾਂ ਪਰ ਕਲਿਆਣ ਸਰੂਪ ਹੈ ਅਤੇ ਸੰਕਾਦਕਾਂ ਉੱਤੇ ਵੀ ਕਿਰਪਾ ਕਰਨੇ ਵਾਲਾ ਹੈ। ਭਾਵ ਸੇਵਕ ਸਿਵ, ਸਿਵ ਦਾ ਅਰਥ ਕਲਿਆਣ ਸਰੂਪ ਵੀ ਹੁੰਦਾ। ਆਪਣੇ ਸੇਵਕਾਂ 'ਤੇ ਕਲਿਆਣ ਕਰਦਾ ਹੈ ਉਹਨਾਂ ਦੀ। ਅਤੇ ਸੰਕਾਦ ਕਿਰਪਾ ਕਰਨ ਜਿਹਨੂੰ, ਜਿਹੜੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਵਾਂਗੂ ਹਮੇਸ਼ਾ ਕਥਾ ਸੁਣਦੇ ਰਹਿੰਦੇ ਨੇ ਅਤੇ ਉਹਨਾਂ ਉੱਤੇ ਵੀ ਭਾਈ ਐਸਾ ਪ੍ਰਮਾਤਮਾ ਕਿਰਪਾ ਕਰਦਾ ਹੈ। ਜਾਂ ਉਹ ਆਦਿ ਪੁਰਖ ਪ੍ਰਮਾਤਮਾ, ਅਕਾਲ ਸਰੂਪ ਪ੍ਰਮਾਤਮਾ ਜੋ ਹੈ ਉਹ ਕਿਰਪਾ ਕਰੰਜਨੋਂ ਗੁਰਮੁਖਾਂ 'ਤੇ ਕਿਰਪਾ ਕਰਦਾ ਅਤੇ ਸ਼ਿਵ ਜੀ ਸੰਕਾਦਕਾਂ ਆਦਿਕਾਂ ਨੂੰ ਗੁਰਮੁਖਾਂ ਦੇ ਸੇਵਕ ਬਣਾ ਦਿੰਦਾ। ਇਹ ਵੀ ਗੁਰਮੁਖਾਂ ਦੇ ਭਾਈ ਸੇਵਾਦਾਰ ਬਣ ਜਾਂਦੇ ਹਨ। ਜਪੀਐ ਜੁਗ ਹੋ ਜੁਗਾਦ ਗੁਰ ਸਿੱਖ ਮੰਜਨੋ। ਤੋ ਫਿਰ ਜੁਗਾਂ ਜੁਗਾਦਾਂ ਦੇ ਵਿੱਚ ਜੁਗ ਹੋ ਜੁਗਾਦ, ਜਿਹੜਾ ਭਾਈ ਜੁਗਾਂ ਜੁਗਾਂ ਦੇ ਵਿੱਚ ਪਰਮਾਤਮਾ, ਅਤੇ ਉਹਨੂੰ ਜੁਗਾਂ ਜੁਗਾਂ ਦੇ ਵਿੱਚ ਹੀ ਗੁਰਮੁਖ ਜਪਦੇ ਆ ਰਹੇ ਹਨ। ਜਿਵੇਂ ਪਿਛਲੇ ਯੁੱਗਾਂ ਵਿੱਚ ਗੁਰਮੁਖ ਪ੍ਰਹਿਲਾਦ ਜਪ ਹਰ ਗਦ ਪਾਈ। ਬਾਣੀ 'ਚ ਮਹਾਰਾਜ ਨੇ ਕਿਹਾ ਭਾਈ ਭਗਤ ਪ੍ਰਹਿਲਾਦ ਜੀ ਗੁਰਮੁਖ ਸਨ। ਉਹ ਸਤਯੁੱਗ ਦੇ ਵਿੱਚ ਹੋਏ ਹੁਣ, ਉਹਨਾਂ ਨੇ ਵੀ ਪਰਮਾਤਮਾ ਨੂੰ ਜਪਿਆ, ਉਹਨਾਂ ਨੇ ਵੀ ਗਤੀ ਪਾਈ। ਇੱਦਾਂ ਭਾਈ ਗੁਰਮੁਖਾਂ ਨੇ ਸਦਾ ਸਦਾ ਪਰਮਾਤਮਾ ਨੂੰ ਜਪਿਆ ਹੈ। ਅਤੇ ਕਲਯੁੱਗ ਦੇ ਵਿੱਚ ਗੁਰਸਿੱਖ ਮੰਜਨੋਂ, ਜਿਹੜੇ ਗੁਰਸਿੱਖ ਨੇ ਇਹ ਵੀ ਮੰਜਨੋਂ ਨਾਮ ਇਸ਼ਨਾਨ ਕਰਨ ਦਾ, ਪੁਰਬਾਂ ਦਾ ਇਸ਼ਨਾਨ ਕਰਦੇ ਆ, ਭਾਵ ਗੁਰੂ ਦੀ ਸੇਵਾ ਦੇ ਵਿੱਚ ਇਸ਼ਨਾਨ ਕਰਦੇ ਹਨ। ਜਾਂ ਇਹ ਕਹਿ ਲਓ ਕਿ ਜੋ ਨਾਮ ਦਾ ਜਪਣਾ, ਸੇਵਾ ਕਰਨੀ ਹੈ, ਇਹੀ ਉਹਨਾਂ ਦਾ ਪੁਰਬਾਂ ਦਾ ਇਸ਼ਨਾਨ ਹੈ ਗੁਰਸਿੱਖਾਂ ਦਾ। ਜਾਂ ਜੁਗਾਂ ਜੁਗਾਂ ਪ੍ਰਯੰਤ ਜੋ ਉਜਲ ਹੈ ਪਰਮਾਤਮਾ। ਮਹਾਰਾਜ ਕਹਿੰਦੇ ਐ ਸਿੱਖੋ,
ਉਹ ਜੁਗਾਂ ਜੁਗੰਤਰਾਂ ਵਿੱਚ ਉਹਨੂੰ ਵਿਆਪਕ ਜਾਣ ਕੇ ਨਾ ਪ੍ਰਮਾਤਮਾ ਨੂੰ, ਅਤੇ ਉਹਨੂੰ ਜਪੀ ਚੱਲੋ। ਇਹ ਗੁਰਸਿੱਖਾਂ ਦਾ ਇਸ਼ਨਾਨ ਹੈ, ਇਹ ਤੁਹਾਡਾ ਸਦਾ ਇਸ਼ਨਾਨ ਹੈ। ਪਿਰਮ ਪਿਆਲੇ ਸਾਧ ਪਰਮ ਪੁਰੰਜਨੋ। ਅਤੇ ਜਿਹੜੇ ਗੁਰਸਿੱਖ ਇੱਦਾਂ ਆਪਣਾ ਜੀਵਨ ਬਣਾਉਂਦੇ ਹੈ, ਕਹਿੰਦੇ ਫਿਰ ਉਹਨਾਂ ਨੂੰ ਪਿਆਰ ਦੇ ਜਿਹੜੇ ਪਿਆਲੇ ਨੇ ਨਾ, ਵਾਹਿਗੁਰੂ ਪ੍ਰਮਾਤਮਾ ਦੇ ਪ੍ਰੇਮ ਦੇ ਪਿਆਲੇ ਦਾ ਸਵਾਦ ਆਉਂਦਾ ਹੈ, ਅਤੇ ਉਸ ਵੱਡੇ ਪੁਰੰਜਨੋਂ ਪੂਰਨ ਪਰਮੇਸ਼ਰ ਨੂੰ ਉਹ ਫਿਰ ਜਾਣ ਲੈਂਦੇ ਹਨ, ਪ੍ਰਮਾਤਮਾ ਨੂੰ। ਆਦਿ ਜੁਗਾਦ ਅਨਾਦ ਸਰਬ ਸੁਰੰਜਨੋ। ਜੋ ਪ੍ਰਮਾਤਮਾ ਅਨਾਦਿ ਹੈ, ਜੁਗਾਦ ਜੁਗਾਂ ਆਦਿਕਾਂ ਦਾ ਵੀ ਮੁੱਢ ਹੈ, ਸਾਰੇ ਸੰਸਾਰ ਦਾ ਆਦਿ ਹੈ, ਅਤੇ ਸਰਬ ਸੁਰੰਜਨੋ। ਅਤੇ ਸੁਰੰਜਨੋ ਨਾਮ ਦੇਵਤਿਆਂ ਦਾ ਕਹਿ ਲਓ, ਸਾਰੇ ਦੇਵਤਿਆਂ ਦੇ ਉੱਤੇ ਵੀ ਜਿਹਦਾ ਹੁਕਮ ਚੱਲਦਾ ਹੈ, ਦੇਵਤੇ ਵੀ ਜਿਹਨੂੰ ਮੰਨਦੇ ਪੂਜਦੇ ਨੇ, ਉਹ ਪ੍ਰਮਾਤਮਾ ਕਹਿੰਦੇ ਹੈ ਕਿ ਸਾਰੇ ਜੀਵਾਂ ਦੇ ਵਿੱਚ ਹੀ ਸੁਰੰਜਨੋਂ ਉੱਤਮ ਰੰਗ ਦੇਣੇ ਵਾਲਾ ਹੈ, ਉੱਤਮ ਰੰਗ ਦੇ ਵਿੱਚ ਰੰਗਣ ਵਾਲਾ ਹੈ ਸਭ ਨੂੰ। ਜਾਂ ਇਸੇ ਤਰ੍ਹਾਂ ਉਹ ਪ੍ਰਮਾਤਮਾ ਗੁਰਮੁਖ ਜਾਣਦੇ ਨੇ ਕਿ ਉਹ ਪ੍ਰਮਾਤਮਾ ਆਦਿ ਜੁਗਾਦ ਹੈ ਅਤੇ ਸਾਰਿਆਂ ਦਾ ਪ੍ਰਕਾਸ਼ਕ ਹੈ, ਅਤੇ ਉਹੀ ਪ੍ਰਮਾਤਮਾ ਸਭ ਨੂੰ ਕਹਿ ਲਓ ਕਿ ਆਪਣੇ ਪ੍ਰੇਮ ਦੇ ਰੰਗ ਦੇ ਵਿੱਚ ਰੰਗਣ ਵਾਲਾ ਹੈ। ਇਹਦਾ ਗੁਰਮੁਖਾਂ ਦਾ ਭਾਈ ਐਸਾ ਜੀਵਨ, ਅਤੇ ਗੁਰਮੁਖ ਆਪਣੇ ਜੀਵਨ ਨੂੰ ਸਫਲ ਕਰਦੇ ਹਨ। ਅਗਲੀ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ, ਜਿਹੜਾ ਕੋਈ ਗੁਰੂ ਘਰ ਦੀ ਸੇਵਾ ਕਰਨ ਵਾਲਾ ਹੈ, ਉਹ ਸੇਵਕ ਦੀ ਪਰਿਭਾਸ਼ਾ ਦੱਸਦੇ ਆ ਵੀ ਸੇਵਕ ਕਿਹੋ ਜਿਹਾ ਹੋਣਾ ਚਾਹੀਦਾ। ਫਰਮਾਉਂਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਮੁਰੀਦ ਨਾਮ ਹੈ ਸੇਵਕ ਦਾ, ਕਹਿੰਦੇ ਕਿ ਸੇਵਕ ਜਿਹੜਾ ਹੈ ਉਹਨੂੰ ਤਾਂ ਮੁਰਦੇ ਦੇ ਵਾਂਗ ਹੋਣਾ ਚਾਹੀਦਾ ਹੈ। ਹੁਣ ਮੁਰਦਾ ਕੀ ਹੈ? ਮੁਰਦੇ ਦਾ ਸੁਭਾਅ ਸੰਗਤ ਜੀ ਹੈ ਵੀ ਉਹ ਨਾ ਤਾਂ ਕਹਿ ਲਓ ਕਿ ਉਹ ਬੋਲ ਸਕਦਾ ਕੁਝ, ਜੇ ਉਹਨੂੰ ਕੋਈ ਥੱਲੇ ਭੁੰਜੇ ਮਿੱਟੀ 'ਤੇ ਪਾ ਦੇਵੇ ਅਤੇ ਉਹਨੇ ਮੁਰਦੇ ਨੇ ਹੁਣ ਕੋਈ ਗਾਲਾਂ ਨਹੀਂ ਕੱਢਣੀਆਂ, ਅਤੇ ਜੇ ਉਹਨੂੰ ਕੋਈ ਚੰਗਾ ਮਖਮਲੀ ਸੋਫਿਆਂ ਦੇ ਉੱਤੇ ਪਾ ਦੇਵੇ, ਉੱਥੇ ਉਹ ਹੁਣ ਕਿਸੇ ਨੂੰ ਵਰ ਨਹੀਂ ਦੇਣ ਲੱਗਾ, ਸ਼ਾਬਾਸ਼ੀ ਨਹੀਂ ਦੇਣ ਲੱਗਾ ਹੈ। ਜੇ ਮਿੱਟੀ 'ਚ ਰਲਾ ਦਈਏ ਮਰੇ ਹੋਏ ਨੂੰ, ਤਾਂ ਉਹਦਾ ਦੱਸੋ ਕੀ ਘਟ ਜਾਵੇਗਾ। ਜੇ ਮਿਰਤਕ ਕਉ ਚੰਦਨ ਚੜਾਵੇ, ਉਸ 'ਤੇ ਕਹੋ ਕਵਣ ਫਲ ਪਾਵੇ। ਅਤੇ ਜੇ ਮਰੇ ਹੋਏ ਨੂੰ ਕੋਈ ਚੰਦਨ ਚੜਾਵੇ ਲਿਆ ਕੇ ਸੁਗੰਧੀਆਂ ਉੱਤੇ ਛਿੜਕੇ, ਦੱਸੋ ਉਹਦੇ ਨਾਲ ਉਹ ਕੀ ਫਲ ਪਾਵੇਗਾ। ਉਹ ਤਾਂ ਮਰ ਗਿਆ, ਜਿਹਨੇ ਵਿੱਚੋਂ ਆਸ਼ੀਰਵਾਦ ਦੇਣਾ ਸੀ, ਵਰ ਸ਼ਰਾਫ ਦੇਣਾ ਸੀ, ਉਹ ਤਾਂ ਨਿਕਲ ਗਈ ਵਿੱਚੋਂ ਜੋਤ, ਕੁਝ ਕਹਿਣ ਸੁਣਨ ਵਾਲੀ। ਇਸ ਕਰਕੇ ਜਿਵੇਂ ਮੁਰਦਾ ਕੋਈ ਉਹਦੀ ਸੇਵਾ ਕਰੇ, ਉਹਨੂੰ ਕੋਈ ਵਰ ਨਹੀਂ ਦਿੰਦਾ, ਅਤੇ ਕੋਈ ਉਹਨੂੰ ਲੱਤਾਂ ਠੁੱਡੇ ਮਾਰੇ, ਉਹਦਾ ਨਿਰਾਦਰ ਕਰੇ, ਉਹਨੂੰ ਸ਼ਰਾਫ ਨਹੀਂ ਦਿੰਦਾ। ਕਹਿੰਦੇ ਸੇਵਕ ਜਿਹੜਾ ਹੈ ਨਾ ਗੁਰੂ ਘਰ ਦਾ, ਉਹਨੂੰ ਇਸ ਤਰ੍ਹਾਂ ਦਾ ਆਪਣਾ ਸੁਭਾਅ ਬਣਾਉਣਾ ਚਾਹੀਦਾ ਹੈ, ਭਾਵ ਕਿ ਥੋੜ੍ਹੇ ਮਾਤਰ ਵੀ ਮਨ ਦਾ ਕੋਈ ਸੰਕਲਪ ਨਾ ਕਰੇ। ਜਾਂ ਜਿਵੇਂ ਮੁਰਦਾ ਕਬਰ ਦੇ ਵਿੱਚ ਜਾ ਕੇ ਪੈ ਜਾਂਦਾ ਹੈ, ਤਾਂ ਕਹਿੰਦੇ ਇਸੇ ਤਰ੍ਹਾਂ ਗੁਰੂ ਰੂਪੀ ਗੋਰ ਦੇ ਵਿੱਚ ਜਿਹੜਾ ਮੁਰਦਾ ਸੇਵਕ ਹੈ, ਉਹਨੂੰ ਗੁਰੂ ਰੂਪੀ ਗੋਰ ਦੇ ਵਿੱਚ ਹੀ ਜਾ ਕੇ ਸਮਾ ਜਾਣਾ ਚਾਹੀਦਾ। ਜਿਵੇਂ ਮਿੱਟੀ 'ਚ ਦੱਬਿਆ, ਉੱਤੋਂ ਮਿੱਟੀ ਪਾ ਦਿੱਤੀ, ਬੰਦ ਹੋ ਗਿਆ, ਉਹਦਾ ਵਜੂਦ ਖਤਮ, ਕੁਝ ਦਿਸਦਾ ਨਹੀਂ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜਾ ਸੇਵਕ ਹੈ, ਜਦੋਂ ਗੁਰੂ ਕੋਲੇ ਚਲਿਆ ਗਿਆ ਅਤੇ ਫਿਰ ਆਪਣਾ ਆਪ ਖਤਮ ਕਰਕੇ ਉਹਨੂੰ ਗੁਰੂ ਦਾ ਹੀ ਹੋ ਜਾਵੇ, ਉਹਦੇ ਵਿੱਚੋਂ ਉਹ ਨਾ ਦਿਸੇ। ਮਿੱਟੀ 'ਚ ਗਿਆ ਅਤੇ ਇਕੱਲੀ ਮਿੱਟੀ ਉਹ ਹੀ ਦਿਸਦੀ ਹੈ, ਹੁਣ ਉਹ ਨਹੀਂ ਦਿਸਦਾ ਬੰਦਾ। ਇੱਦਾਂ ਜਿਹੜਾ ਸੇਵਕ ਹੈ ਨਾ ਗੁਰੂ ਘਰ 'ਚ ਸੇਵਾ ਕਰਨ ਵਾਲਾ, ਕਹਿੰਦੇ ਉਹਦੇ ਵਿੱਚੋਂ ਹੁਣ ਗੁਰੂ ਹੀ ਦਿਸੇ, ਉਹ ਨਾ ਦਿਸੇ, ਉਹ ਸੇਵਕ ਬਣਦਾ ਹੈ। ਮਾਰੇ ਕਹਿੰਦੇ ਮਾਣ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਜਿਹੜਾ ਮਾਣ ਅਪਮਾਨ ਦੇ ਵਿੱਚ ਫਸਿਆ ਪਿਆ ਹੈ, ਮਾਣ ਕਰਦਾ ਕਿ ਮੇਰੀ ਚਾਰ ਜਾਣੇ ਵਡਿਆਈ ਕਰਨ, ਮੈਂ ਜਿਹੜੀ ਸੇਵਾ ਕਰਦਾ ਹਾਂ, ਅਤੇ ਸੇਵਾ ਕਰਕੇ ਅਹੰਕਾਰ ਕਰ ਲੈਂਦਾ ਕਿ ਮੈਂ ਬੜੀ ਵੱਡੀ ਸੇਵਾ ਕੀਤੀ ਹੈ। ਮਾਰ ਕਹਿੰਦੇ ਉਹ ਸੇਵਕ ਨਹੀਂ ਹੁੰਦਾ, ਉਹਨੂੰ ਨਹੀਂ ਆਪਾਂ ਸੇਵਕ ਕਹਿ ਸਕਦੇ ਹਾਂ। ਸੇਵਕ ਕਿਹੜਾ ਹੈ? ਆਹ ਹੈ ਸੇਵਕ ਜਿਹੜਾ ਭਾਈ ਮੁਰਦੇ ਦੇ ਵਾਂਗ ਹੋ ਜਾਵੇ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕੋਈ ਚੰਗਾ ਕਹੀ ਜਾਵੇ, ਕੋਈ ਬੁਰਾ ਕਹੀ ਜਾਵੇ, ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਦਿੱਤਾ,
ਸੌਂਪ ਕੇ ਤੇ ਹੁਣ ਚਾਹ ਦੇ ਨਾਲ ਸੇਵਾ ਕਰਦੇ ਆ। ਜਿਹੜੇ ਕੋਈ ਸੱਚੀ ਸੁੱਚੀ ਸੇਵਾ ਕਰਦੇ ਆ ਭਾਵਨਾ ਦੇ ਨਾਲ, ਕਈ ਵਾਰੀ ਲੋਕ ਉਹਨਾਂ 'ਤੇ ਬੜੀਆਂ ਗੱਲਾਂ ਵੀ ਕਰਦੇ ਨੇ। ਜਿਵੇਂ ਭਾਈ ਮੰਝ ਸਾਹਿਬ ਜੀ ਸੇਵਕਾਂ ਦੇ ਵਿੱਚੋਂ ਮਹਾਨ ਸੇਵਕ। ਜੇ ਕਿਸੇ ਸੇਵਾਦਾਰ ਦੀ ਉਦਾਹਰਨ ਦੇਣੀ ਹੋਵੇ ਵੀ ਜਿਹਨੇ ਕਿਸੇ ਨੇ ਸੇਵਾ ਕੀਤੀ ਹੋਵੇ ਤਾਂ ਸਭ ਤੋਂ ਸ਼੍ਰੋਮਣੀ ਨੇ ਭਾਈ ਮੰਝ ਸਾਹਿਬ ਜੀ। ਏਡੀ ਵੱਡੀ ਮਹਾਨ ਸੇਵਾ, ਬੜੀ ਵਾਰ ਚਲੋ ਉਹਨਾਂ ਦੀ ਆਪਾਂ ਸਾਖੀ ਸੁਣੀ ਹੋਈ। ਉਹ ਆਪਣਾ ਆਪ ਤਾਂ ਉਹਨਾਂ ਨੇ ਭੁਲਾ ਹੀ ਦਿੱਤਾ ਸੀ। ਲੋਕਾਂ ਨੇ ਗੱਲਾਂ ਕਿੱਥੇ ਕੀਤੀਆਂ, ਪਿੰਡ ਦੇ ਚੌਧਰੀ ਸਨ। ਅਤੇ ਫਿਰ ਜਿਹੜੇ ਸਖੀ ਸਰਵਰੀਏ ਹੁੰਦੇ ਨੇ, ਉਹਨਾਂ ਦੇ ਇੱਧਰ ਪੰਜਾਬ ਦੇ ਵਿੱਚ ਦੁਆਬੇ ਵਿੱਚ ਮੁਖੀ ਸੀ, ਮੋਢੀ ਸਨ। ਇਹ ਜਦੋਂ ਮਹਾਰਾਜ ਜੀ ਦੇ ਸ਼ਰਧਾਲੂ ਬਣ ਗਏ ਕਿ ਮਹਾਰਾਜ ਕਿਰਪਾ ਕਰੋ ਅਤੇ ਆਪਣੀ ਸਿੱਖੀ ਬਖਸ਼ੋ, ਅਤੇ ਮਹਾਰਾਜ ਜੀ ਕਹਿੰਦੇ ਕਿ ਭਾਈ ਮੰਝ ਇਹ ਤਾਂ ਸਿੱਖੀ ਦੁਰਲੱਭ ਅਹੇ, ਵੀ ਤੂੰ ਤਾਂ ਮੁਰਦਿਆਂ ਦਾ ਮਰੀਦ ਬਣਿਆ ਫਿਰਦਾ, ਜਿਹੜੀ ਸਾਡੀ ਸਿੱਖੀ ਇਹ ਬੜੀ ਦੁਰਲੱਭ ਹੈ। ਇੱਕ ਮਿਆਨ 'ਚ ਦੋ ਕਿਰਪਾਨਾਂ ਨਹੀਂ ਪੈਂਦੀਆਂ, ਇਸ ਕਰਕੇ ਜਾਂ ਉੱਧਰ ਹੋ ਅਤੇ ਜਾਂ ਫਿਰ ਇੱਧਰ ਹੋਣਾ ਪਊ। ਕਹਿੰਦਾ ਜਿਹਨੂੰ ਉੱਧਰ ਤਾਂ ਨਹੀਂ ਜਾਂਦਾ, ਹੁਣ ਇੱਧਰ ਹੀ ਆਵਾਂਗਾ। ਤਾਂ ਮਹਾਰਾਜ ਕਹਿੰਦੇ ਫਿਰ ਬੜੀ ਮਹਿੰਗੀ ਹੋ, ਸਿਰ ਦੇਣਾ ਪੈਂਦਾ ਇਹ ਸਿੱਖੀ ਵਾਸਤੇ। ਸਾਡੇ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਮਹਾਰਾਜ ਕਹਿੰਦੇ ਇਹਦੇ ਤਾਂ ਇਸ ਤਰ੍ਹਾਂ ਆਉਣਾ ਪੈਣਾ ਵਾ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਬਿਨਾਂ ਸਿਰ ਤੋਂ ਸੇਵਾ ਕਰਨੀ ਪੈਣੀ ਆ। ਕਹਿਣ ਲੱਗਾ ਮਹਾਰਾਜ ਮੈਨੂੰ ਪ੍ਰਵਾਨ ਹੈ। ਚਲਿਆ ਗਿਆ, ਜਾ ਕੇ ਜਦੋਂ ਕਬਰ ਦੀ ਢਾਈ, ਸਿੱਖੀ ਧਾਰਨ ਕੀਤੀ, ਮਹਾਰਾਜ ਦਾ ਸਿੱਖ ਬਣ ਗਿਆ। ਕੀ ਹੋਇਆ, ਥੋੜ੍ਹੇ ਦਿਨਾਂ ਬਾਅਦ ਇਹਦੇ ਪਸ਼ੂ ਮਰ ਗਏ। ਲੋਕਾਂ ਦੇ ਵਿੱਚ ਬੜਾ ਸਹਿਮ ਆ ਗਿਆ। ਪਿੰਡ ਦਿਆਂ ਨੇ ਕਿਹਾ ਵੀ ਇਹਨੇ ਪੀਰਖਾਨਾ ਢਾਹ ਦਿੱਤਾ ਤਾਂ ਇਹਦੇ ਪਸ਼ੂ ਮਰ ਗਏ। ਫਿਰ ਲੋਕਾਂ ਨੇ ਕਿਹਾ ਜੀ ਵੀ ਤੂੰ ਇਹ ਗਲਤ ਕੀਤਾ, ਜਾਂਦਾ ਪੀਰਖਾਨਾ ਬਣਾ, ਨਹੀਂ ਤਾਂ ਪਿੰਡ ਦੀ ਚੌਧਰਤਾ ਵੀ ਛੱਡ। ਪਿੰਡ ਦੀ ਚੌਧਰਤਾ ਵੀ ਛੱਡੀ। ਜਿਹੜੇ ਉਹ ਦੁਆਬੇ 'ਚ ਪ੍ਰਚਾਰਕ ਸੀ, ਉਹ ਪ੍ਰਚਾਰਕ ਦੀ ਪਦਵੀ ਤੋਂ ਵੀ ਲਾਹਿਆ, ਉਹ ਤਾਂ ਆਪ ਇਹਨਾਂ ਨੇ ਛੱਡ ਦਿੱਤਾ। ਇੱਥੋਂ ਤੱਕ ਵੀ ਨੌਬਤ ਬਣ ਗਈ ਕਿ ਪਿੰਡ ਦੇ ਲੋਕਾਂ ਨੇ ਪਿੰਡ 'ਚ ਨਹੀਂ ਰਹਿਣ ਦਿੱਤਾ। ਭਾਈ ਮੰਝ ਸਾਹਿਬ ਜੀ ਆਪਣੇ ਪਰਿਵਾਰ ਨੂੰ ਲੈ ਕੇ ਅਤੇ ਫਿਰ ਜਿਹੜਾ ਕੰਗਮਾਈ ਪਿੰਡ ਪੈਂਦਾ ਇੱਧਰ ਹੁਸ਼ਿਆਰਪੁਰ ਦੇ ਨੇੜੇ ਤੇੜੇ, ਜਲੰਧਰ ਦੇ ਨੇੜੇ ਤੇੜੇ, ਇੱਥੋਂ ਛੱਡ ਕੇ ਅਤੇ ਫਿਰ ਗੁਰਦਾਸਪੁਰ ਵਾਲੇ ਪਾਸੇ ਨੂੰ ਚਲੇ ਗਏ ਸਨ, ਸ਼੍ਰੀ ਹਰਗੋਬਿੰਦਪੁਰੇ ਸਾਹਿਬ ਵਾਲੇ ਪਾਸੇ। ਉੱਥੇ ਘਾਹ ਵੇਚ ਕੇ ਅਤੇ ਗੁਜ਼ਾਰਾ ਕਰਦੇ ਰਹੇ। ਬੜਾ ਕੁਝ ਲੋਕਾਂ ਨੇ ਕਿਹਾ। ਕਹਿਣ ਤੋਂ ਸਾਖੀ ਤਾਂ ਚਲੋ ਬਹੁਤ ਲੰਮੀ ਆਪਾਂ ਸੁਣੀ ਕਈ ਵਾਰੀ। ਉਹ ਕਹਿਣ ਤੋਂ ਭਾਵ ਹੈ ਕਿ ਮੁਰੀਦ ਮੁਰਦੇ ਦੇ ਵਾਂਗ ਹੋ ਜਾਣਾ, ਸੇਵਕ ਬਣਨਾ। ਜਦੋਂ ਲੋਕ ਬਹੁਤ ਗੱਲਾਂ ਬਾਤਾਂ ਕਰਦੇ ਹੁੰਦੇ ਆ, ਪਰ ਕਿਸੇ ਦੀ ਫਿਰ ਸੁਣਨੀ ਨਹੀਂ, ਗੁਰੂ ਦੀ ਸੁਣਨੀ। ਇਹ ਵੀ ਨਹੀਂ ਕਿ ਆਪਣੇ ਹੰਕਾਰ ਦੇ ਵਿੱਚ ਰਹਿਣਾ, ਨਹੀਂ। ਸੇਵਾ ਤਾਂ ਹੰਕਾਰ ਨੂੰ ਦੂਰ ਕਰਦੀ। ਇਹ ਵੀ ਆਕੜ ਦੇ ਵਿੱਚ ਨਹੀਂ ਵੀ ਲੈ ਕਹੀ ਜਾਓ ਲੋਕ, ਮੈਂ ਨਹੀਂ, ਮੇਰੇ ਕੰਨ 'ਤੇ ਕੋਈ ਅਸਰ ਨਹੀਂ, ਉਹ ਬਾਤ ਨਹੀਂ। ਲੋਕਾਂ ਨੇ ਬੁਰਾ ਭਲਾ ਕਹਿਣਾ, ਪਰ ਆਪ ਸੇਵਕ ਬਣ ਕੇ ਸੱਚੇ ਮਨੋਂ ਗੁਰੂ ਦੀ ਸੇਵਾ ਕਰਨੀ। ਇਹ ਨਹੀਂ ਵੀ ਆਪ ਮਾੜੇ ਕੰਮ ਹੀ ਕਰੀ ਜਾਣੇ ਅਤੇ ਕਹਿਣਾ ਕਿ ਮੁੜ ਕੇ ਲੋਕਾਂ ਦਾ ਤਾਂ ਕੰਮ ਹੀ ਹੈ ਜੀ ਕਹੀ ਜਾਣਾ, ਨਹੀਂ, ਉਹ ਭਾਵ ਨਹੀਂ। ਆਪ ਗੁਰੂ ਦੀ ਆਗਿਆ ਦੇ ਵਿੱਚ ਆਪਣਾ ਸਿਰ ਅਰਪਣ ਕਰ ਦੇਣਾ। ਉੱਥੇ ਜੇ ਕੋਈ ਲੋਕ ਬੁਰਾ ਭਲਾ ਕਹਿੰਦੇ ਤਾਂ ਕਹਿੰਦੇ ਉਹਨੂੰ ਫਿਰ ਸਹਾਰਨਾ। ਤਾਂ ਇਸ ਤਰੀਕੇ ਦੇ ਨਾਲ ਸੇਵਾ ਕਰਨੀ। ਪਰ ਮਹਾਰਾਜ ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਪਰ ਇਹ ਗੱਲਾਂ ਬਾਤਾਂ ਨਾਲ ਨਹੀਂ ਹੋਇਆ ਜਾਂਦਾ ਹੈ। ਇਹਦੇ ਵਾਸਤੇ ਤਾਂ ਬੜੇ ਭਾਈ ਜੀਵਨ ਲਾਉਣੇ ਪੈਂਦੇ, ਘਾਲਣੀਆਂ ਪੈਂਦੀਆਂ ਨੇ। ਸੇਵਕ ਬਣਨਾ ਬੜਾ ਔਖਾ ਸਾਧ ਸੰਗਤ ਜੀ। ਲਿਖਾ ਤਾਂ ਲੈਂਦੇ ਆ ਦਾਸਾਂ ਦਾ ਦਾਸ, ਮਹਾਨ ਸੇਵਕ, ਇਹ ਸ਼ਬਦ ਲਿਖਾਏ ਹੁੰਦੇ ਨੇ ਆਪਣੇ ਨਾਵਾਂ ਦੇ ਨਾਲ, ਪਰੰਤੂ ਇਹਦੀ ਜਦੋਂ ਪਰਿਭਾਸ਼ਾ ਸਮਝੀਏ ਨਾ ਸੇਵਕ ਦੀ, ਤਾਂ ਸੇਵਕ ਬਣਨਾ ਬੜਾ ਕਠਿਨ ਹੈ। ਹੁਣ ਜੇ ਕੋਈ ਆਖੇ ਜੀ ਵੀ ਸਾਨੂੰ ਕਿਵੇਂ ਪਤਾ ਚੱਲੇ ਕਿ ਅਸੀਂ ਸੇਵਕ ਬਣ ਗਏ ਹਾਂ, ਵੀ ਸਾਡੀ ਸੇਵਾ ਪ੍ਰਵਾਨ ਹੋ ਰਹੀ ਹੈ ਕਿ ਨਹੀਂ ਹੋ ਰਹੀ, ਉਹਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਹੋਇਆ ਬਾਣੀ ਅੰਦਰ। ਮਹਾਰਾਜ ਕਹਿੰਦੇ ਜੇ ਤੁਸੀਂ ਭਾਈ ਸੇਵਾ ਕਰਦੇ ਹੋ ਨਾ, ਪਹਿਲਾਂ ਤਾਂ ਮਾਣ ਅਭਿਮਾਨ ਦੇ ਵਿੱਚ ਨਹੀਂ ਆਉਣਾ, ਵੀ ਆਪਣੇ ਮਾਣ ਦੀ ਇੱਛਾ ਨਹੀਂ ਰੱਖਣੀ ਵੀ ਮੇਰੀ ਕੋਈ ਵਡਿਆਈ ਕਰੇ ਮੈਨੂੰ ਸੇਵਾ ਕਰਦੇ ਨੂੰ ਵੇਖ ਕੇ, ਅਤੇ ਅਭਿਮਾਨ ਨਹੀਂ ਕਰਨਾ ਕਿ ਮੈਂ ਇੰਨੀ ਸੇਵਾ ਕੀਤੀ, ਮੈਂ ਨਾ ਹੁੰਦਾ ਤਾਂ ਆਹ ਸੇਵਾ ਕਿਹਨੇ ਕਰਨੀ ਸੀ। ਇਹ ਵੀ ਕਈ ਵਾਰੀ ਅੰਦਰ ਖਿਆਲ ਆ ਜਾਂਦਾ। ਇਹ ਦੋਨੇ ਚੀਜ਼ਾਂ ਪਹਿਲਾਂ ਛੱਡਣੀਆਂ।
ਚਲੋ ਇਹ ਛੱਡ ਕੇ ਜਦੋਂ ਆਪਾਂ ਸੇਵਾ ਕਰਦੇ ਹਾਂ ਤੇ ਫਿਰ ਹੁਣ ਆਪਾਂ ਪਤਾ ਕਰਨਾ ਹੋਵੇ ਕਿ ਅਸੀਂ ਸੇਵਕ ਬਣੇ ਆ ਕਿ ਨਹੀਂ ਬਣੇ, ਸਾਡੀ ਸੇਵਾ ਥਾਂ ਪਈ ਕਿ ਨਹੀਂ ਪਈ, ਤਾਂ ਫਿਰ ਬਾਣੀ ਦੇ ਮਹਾਰਾਜ ਦੇ ਸ਼ਬਦ ਆਉਂਦੇ ਆ। ਸਤਿਗੁਰੂ ਜੀ ਕਹਿੰਦੇ, ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਮਹਾਰਾਜ ਕਹਿੰਦੇ ਆ, ਗੁਰਸਿੱਖੋ ਜਦੋਂ ਤੁਸੀਂ ਸੇਵਾ ਕਰਦੇ ਨਾ ਤੇ ਫਿਰ ਇਹ ਝਾਤੀ ਮਾਰ ਲੈਣੀ ਆਪਣੇ ਅੰਦਰ ਵੀ ਸੇਵਾ ਕਰਕੇ ਆਹ ਚੀਜ਼ਾਂ ਅੰਦਰੋਂ ਖਤਮ ਹੋਣੀਆਂ ਚਾਹੀਦੀਆਂ ਸੀ, ਅਤੇ ਜੇ ਉਹ ਖਤਮ ਨਹੀਂ ਹੋਈਆਂ ਸਗੋਂ ਵੱਧ ਗਈਆਂ ਨੇ ਤਾਂ ਤੁਹਾਡੀ ਕੀਤੀ ਹੋਈ ਸੇਵਾ ਸਾਰੀ ਵਿਅਰਥ ਗਈ ਹੈ, ਉਹਦਾ ਕੋਈ ਲਾਭ ਨਹੀਂ। ਮਹਾਰਾਜ ਕਹਿੰਦੇ, ਕਾਮ ਜੇ ਅੰਦਰ ਸੇਵਾ ਕਰਦਿਆਂ ਹੋਇਆ ਮੰਦੀ ਵਾਸ਼ਨਾ ਹੀ ਆ, ਉਹਨੂੰ ਹੀ ਬੜਾਵਾ ਦੇ ਰਹੇ ਆ। ਕਈ ਮੰਦੀ ਵਾਸ਼ਨਾ ਨੂੰ ਬੜਾਵਾ ਦੇਣ ਦੇ ਲਈ ਉਹ ਸੇਵਾ ਦਾ ਬਹਾਨਾ ਜਿਹਾ ਲਾ ਕੇ ਸੇਵਾ ਕਰਦੇ ਹਨ। ਬਹੁਤ ਥਾਵਾਂ 'ਤੇ ਨੌਜਵਾਨ ਬੱਚੇ ਬੱਚੀਆਂ ਵਿੱਚ ਵੀ ਇਹੋ ਜਿਹਾ ਕੁਝ ਦੇਖਣ ਨੂੰ ਮਿਲਦਾ। ਤੋ ਜੇ ਕਾਮ ਦੀ ਵਾਸ਼ਨਾ ਦੇ ਅਧੀਨ ਹੋ ਕਰਕੇ ਇਹ ਸੇਵਾ ਕਰਨੀ, ਉਹ ਕਿੱਥੇ ਥਾਂ ਪੈਣ ਵਾਲੀ ਹੈ। ਉਹ ਤਾਂ ਸਗੋਂ ਬੰਦੇ ਨੇ ਹੋਰ ਜ਼ਿਆਦਾ ਗੁਨਾਹ ਕਰ ਲਿਆ, ਪਾਪ ਕਰਮ ਕਮਾ ਲਿਆ ਉਸਨੇ। ਕੁਝ ਜਦੋਂ ਵੇਖਦੇ ਬਹੁਤ ਥਾਵਾਂ 'ਤੇ ਕੋਈ ਮਾਈਆਂ ਬੱਚੀਆਂ ਸੰਗਤ ਵਿੱਚ ਆਉਂਦੀਆਂ ਲੰਗਰ ਛਕਣ ਨੂੰ, ਤਾਂ ਕਈ ਲੜਕੇ ਇਹੋ ਜਿਹੇ ਹੁੰਦੇ, ਉਹਨਾਂ ਚਿਰ ਤਾਂ ਉਹਨਾਂ ਨੇ ਉੱਥੇ ਹੱਥ ਨਹੀਂ ਹਿਲਾਉਣਾ। ਉਹਨਾਂ ਨੂੰ ਵੇਖ ਕਰਕੇ ਤੇ ਫਿਰ ਆਪ ਫੜ ਲੈਂਦੇ ਆ ਪ੍ਰਸ਼ਾਦਾ ਕੋ ਪਾਣੀ, ਆਪ ਫਿਰ ਅੱਗੇ ਹੋ ਕੇ ਜਾਂਦੇ ਨੇ ਉੱਥੇ, ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਇਹ ਤਾਂ ਆਪਾਂ ਬੜਾ ਵੱਡਾ ਸਿਰ 'ਤੇ ਪਾਪ ਚੱਕ ਲਿਆ, ਤਾਂ ਬੜਾ ਵੱਡਾ ਗੁਨਾਹ ਹੋ ਗਿਆ। ਇਹਨੂੰ ਤਾਂ ਸੇਵਾ ਕਰਕੇ ਖ਼ਤਮ ਕਰਨਾ ਸੀ ਆਪਣੇ ਅੰਦਰੋਂ, ਪਰ ਇਹ ਹੀ ਕਰ ਲਿਆ ਤਾਂ ਸਮਝ ਲਓ ਇਹ ਬੜਾ ਵੱਡਾ ਗੁਨਾਹ ਕਰ ਬੈਠੇ। ਇਸ ਕਰਕੇ ਸੇਵਕ ਬਣਨਾ ਅਤੇ ਉਹਦੇ ਲਈ ਆ ਜ਼ਰੂਰੀ ਚੀਜ਼ਾਂ ਸਮਝਣੀਆਂ। ਸੇਵਾ ਹੈ ਬੜੀ ਮਹਾਨ, ਇਹ ਸੇਵਾ ਤਾਂ ਪਰਮਾਤਮਾ ਦਾ ਸਰੂਪ ਬਣਾ ਦਿੰਦੀ ਆ। ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਉਹਨਾਂ 'ਤੇ ਗੁਰੂ ਮਹਾਰਾਜ ਨੇ ਅੱਤ ਦੀ ਕਿਰਪਾ ਕੀਤੀ, ਉਹਨਾਂ ਨੂੰ ਆਪਣੇ ਸੀਨੇ ਨਾਲ ਲਾਇਆ। ਮਹਾਰਾਜ ਜੀਆਂ ਨੇ ਅਨੰਤ ਤਰ੍ਹਾਂ ਦੇ ਉਹਨਾਂ ਨੂੰ ਵਰ ਦਿੱਤੇ ਨੇ ਸਤਿਗੁਰਾਂ ਨੇ। ਭਾਈ ਲਾਲੋ ਜੀ ਨੇ ਸੇਵਾ ਹੀ ਕੀਤੀ ਸੀ ਨਾ, ਗੁਰਬਾਣੀ ਵਿੱਚ 7 ਵਾਰ ਉਹਨਾਂ ਦਾ ਨਾਮ ਅਸੀਂ ਜਪਦੇ ਹਾਂ। ਫਿਰ ਇਸੇ ਤਰ੍ਹਾਂ ਬਾਬਾ ਬੁੱਢਾ ਜੀ, ਗੁਰੂ ਸਾਹਿਬ ਦੇ ਜਿੰਨਾ ਹੀ ਉਹਨਾਂ ਦਾ ਸਤਿਕਾਰ, ਮਹਾਰਾਜ ਨੇ ਆਪਣੇ ਨਾਲੋਂ ਵੀ ਵੱਧ ਕੇ ਬਾਬਾ ਬੁੱਢਾ ਸਾਹਿਬ ਦਾ ਸਤਿਕਾਰ ਕੀਤਾ ਕਰਾਇਆ। ਭਾਈ ਮੰਝ ਜੀ ਏਡੀ ਵੱਡੀ ਮਹਾਨ ਸੇਵਾ ਕੀਤੀ ਅਤੇ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਨੇ ਵਰ ਦਿੱਤਾ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਇੰਨੇ ਵਰ ਦੇ ਦਿੱਤੇ ਮਹਾਰਾਜ ਨੇ ਭਾਈ ਮੰਝ ਨੂੰ। ਮਹਾਰਾਜ ਕਹਿੰਦੇ, ਤੂੰ ਤਾਂ ਸਾਡਾ ਜਹਾਜ਼ ਹੈ, ਜਿਹੜਾ ਤੇਰੇ ਮਗਰ ਚੱਲੂਗਾ ਉਹ ਵੀ ਸੰਸਾਰ ਤੋਂ ਪਾਰ ਹੋ ਜਾਏਗਾ। ਜਿਹੜਾ ਜਹਾਜ਼ 'ਤੇ ਚੜ੍ਹਨ ਦੇ ਨਾਲ ਪਾਰ ਹੋ ਜਾਈਦਾ ਨਾ, ਇੱਦਾਂ ਤੂੰ ਸਾਡਾ ਜਹਾਜ਼ ਹੈ ਅਤੇ ਤੂੰ ਵੀ ਪਾਰ ਕਰ ਦੇਵੇਂਗਾ। ਭਾਈ ਮੰਝ ਜੀ ਨੂੰ ਇੰਨੇ ਵਰ ਦਿੱਤੇ। ਭਾਈ ਬਹਿਲੋ, ਕਿਹੋ ਜਿਹਾ ਵਰ ਭਾਈ ਬਹਿਲੋ, ਸਭ ਤੋਂ ਪਹਿਲੋਂ। ਬਾਬਾ ਬਿਧੀ ਚੰਦ ਸਾਹਿਬ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਭਾਈ ਜੈਤਾ ਜੀ ਰੰਗਰੇਟਾ ਗੁਰੂ ਕਾ ਬੇਟਾ। ਕਿੰਨੇ ਦੇਖੋ ਇਹ ਵਰ ਬਖਸ਼ਿਸ਼ ਕੀਤੇ ਨਾ ਮਹਾਨ ਸੇਵਾਵਾਂ 'ਤੇ। ਤੋ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਭਾਈ, ਉਹਨਾਂ ਨੂੰ ਗੁਰੂ ਸਾਹਿਬ ਨੇ ਬੜੇ ਵਰ ਬਖਸ਼ਿਸ਼ ਕੀਤੇ। ਪਰੰਤੂ ਸੇਵਾ ਕਰਨ ਲੱਗਿਆਂ ਆਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਿ ਜੇ ਆਹ ਚੀਜ਼ਾਂ ਸਾਡੇ ਅੰਦਰ ਹੋ ਰਹੀਆਂ ਤਾਂ ਸਮਝ ਲਓ ਫਿਰ ਸੇਵਾ ਥਾਂ ਨਹੀਂ ਪੈ ਰਹੀ ਹੈ। ਜੇ ਕਾਮ ਨਾ ਬਿਸਰਿਓ, ਕਾਮ ਨਹੀਂ ਵਿਸਰਿਆ ਹੈ। ਮਨ 'ਚ ਮੰਦੀ ਵਾਸ਼ਨਾ ਹੈ, ਧੀਆਂ ਭੈਣਾਂ ਦੇ ਸਰੂਪਾਂ ਨੂੰ ਦੇਖ ਕਰਕੇ ਗੰਦੇ ਮੰਦੇ ਕਮੈਂਟ ਕਰਨੇ ਹਨ, ਤਾਂ ਉਹ ਸੇਵਾ ਥਾਂ ਨਹੀਂ। ਫਿਰ ਕ੍ਰੋਧ ਨਾ ਬਿਸਰਿਓ, ਕ੍ਰੋਧ ਨਾ ਗੁੱਸੇ ਦਾ। ਸੇਵਾ ਕਰਕੇ ਤਾਂ ਅੰਦਰ ਸ਼ਾਂਤੀ ਸਹਿਜ ਆਉਣਾ ਸੀ, ਪਰ ਜੇ ਗੁੱਸਾ ਹੀ ਵਧਾ ਲਿਆ ਆਪਾਂ ਸੇਵਾ ਕਰਦਿਆਂ ਹੋਇਆਂ, ਅਤੇ ਉਹ ਵੀ ਸੇਵਾ ਥਾਂ ਹੀ ਨਹੀਂ ਪੈਂਦੀ। ਕਈ ਵਾਰ ਦੇਖਦੇ ਆਪਾਂ, ਜੇ ਕੋਈ ਮਾਈ ਭਾਈ ਪ੍ਰਸ਼ਾਦਾ ਵਰਤਾ ਰਿਹਾ ਹੈ, ਕੋਈ ਸੰਗਤ 'ਚੋਂ ਕਿਸੇ ਨੇ ਮੰਗ ਲਿਆ ਦੋਹਰੀ ਵਰੀ, ਕਿਤੇ ਆਵਾਜ਼ ਮਾਰ ਕੇ ਉਹ ਟੁੱਟ ਕੇ ਪੈ ਜਾਂਦੇ, ਬੜਾ ਕਈ ਵਾਰੀ ਗੁੱਸਾ ਕਰਦੇ ਹਨ। ਕਈ ਵਾਰੀ ਲੜਾਈਆਂ ਝਗੜੇ ਵੀ ਹੋ ਜਾਂਦੇ ਲੰਗਰ ਪਿੱਛੇ ਜਾਂ ਹੋਰ ਪਾਸੇ। ਇਸ ਕਰਕੇ ਉਹ ਸੇਵਾ ਫਿਰ ਥਾਂ ਨਹੀਂ ਨਾ ਪਈ। ਜੇ ਆਪਾਂ ਗੁੱਸੇ ਦੇ ਵਿੱਚ ਹੀ ਭਰੇ ਬੀਤੇ ਪਏ ਹਾਂ, ਉਹ ਵੀ ਸੇਵਾ ਸਾਡੀ ਥਾਂ ਨਹੀਂ ਪਈ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਲੋਭ ਨਾ ਲਾਲਚ ਦਾ। ਤੇ ਸੇਵਾ ਕਰਦਿਆਂ ਸੇਵਾ ਸਾਰਾ ਦਿਨ ਜੀ ਮਾਰ ਕੇ ਕੀਤੀ। ਕਿਸੇ ਨੇ ਰੋਜ਼ ਕੀਤੀ, ਕਿਸੇ ਨੇ 10 ਸਾਲਾਂ ਤੋਂ ਕੀਤੀ, ਕਿਸੇ ਨੇ 50 ਸਾਲਾਂ ਤੋਂ ਕੀਤੀ, ਪਰ ਜੇ ਅੰਦਰੋਂ ਲਾਲਚ ਨਹੀਂ ਗਿਆ ਹੈ
ਮਹਾਰਾਜ ਕਹਿੰਦੇ ਉਹ 50 ਸਾਲਾਂ ਦੀ ਸੇਵਾ ਤੁਹਾਡੀ ਥਾਂ ਨਹੀਂ ਪੈ ਰਹੀ, ਉਹ ਬਾਰ-ਬਾਰ ਹੀ ਸਾਰੀ ਡੁੱਲਦੀ ਜਾ ਰਹੀ ਹੈ। ਲਾਲਚ ਭਾਵ ਸੇਵਾ ਕੀਤੀ ਅਤੇ ਸੇਵਾ ਕਰਨ ਤੋਂ ਬਾਅਦ ਲਾਲਚ ਬਹੁਤਾ ਕਰ ਲਿਆ ਅਤੇ ਉਹ ਫਿਰ ਸੇਵਾ ਥਾਂ ਨਹੀਂ ਸਾਡੀ ਪੈ ਰਹੀ। ਲਾਲਚ ਤੋਂ ਭਾਵ ਇਹ ਵੀ ਨਹੀਂ ਕਿ ਚਲੋ ਆਪਾਂ ਗੁਰੂ ਘਰ 'ਚ ਸੇਵਾ ਕੀਤੀ ਅਤੇ ਗੁਰੂ ਘਰੋਂ ਕੁਝ ਲੈ ਕੇ ਨਹੀਂ ਗਏ, ਉਹ ਲਾਲਚ ਨਹੀਂ। ਲਾਲਚ ਇਹ ਹੈ ਕਿ ਸੇਵਾ ਥੋੜ੍ਹੀ ਮੰਗਣ ਬਹੁਤਾ। ਸੇਵਾ ਤਾਂ ਥੋੜ੍ਹੀ ਕੀਤੀ ਪਰ ਮੰਗ ਬਹੁਤੀ ਮੰਗ ਲਈ। ਉਹ ਭਾਂਡੇ 2 ਮਾਂਜੇ ਆ ਅਤੇ ਰੱਬ ਕੋਲੋਂ ਮੰਗ ਲਿਆ ਵੀ ਸਾਡੇ ਕੋਲ ਹੁਣ ਭਾਂਡਿਆਂ ਦੀ ਫੈਕਟਰੀ ਲੱਗ ਜੇ। ਜਿਵੇਂ ਆਮ ਆਤਮਾ ਕਹਿੰਦੇ ਥੇਲੀ ਦੇ ਕੇ ਹਵੇਲੀ ਮੰਗ ਲਈ, ਗੰਢਾ ਦੇ ਕੇ ਸੰਡਾ ਮੰਗ ਲਿਆ। ਇਹੋ ਜਿਹੇ ਸੁਭਾਅ ਕਈਆਂ ਦੇ ਹੁੰਦੇ। ਇਹ ਕੀ ਲਾਲਚ ਹੈ? ਸੇਵਾ ਥੋੜ੍ਹੀ ਕੀਤੀ ਅਤੇ ਲਾਲਚ ਬਹੁਤਾ। ਅਤੇ ਜੇ ਸਾਡੇ ਅੰਦਰ ਲਾਲਚ ਦੀ ਮੰਗ ਬਹੁਤੀ ਜ਼ਿਆਦਾ ਹੈ ਤਾਂ ਸਮਝ ਲਓ ਸਾਡੀ ਕੀਤੀ ਹੋਈ ਸੇਵਾ ਥਾਂ ਨਹੀਂ ਪੈ ਰਹੀ। ਫਿਰ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਰ ਨਿੰਦਾ ਮੁਖ 'ਤੇ ਨਹੀਂ ਛੁੱਟੀ। ਪਰਾਈ ਨਿੰਦਿਆ ਸਭ ਤੋਂ ਭੈੜੀ ਜਿਹੜੀ ਬਿਮਾਰੀ, ਜੇ ਇਹ ਮੂੰਹੋਂ ਨਹੀਂ ਛੁੱਟੀ ਸਾਡਿਓ ਤਾਂ ਨਿਫਲ ਪਈ ਸਭ ਸੇਵਾ। ਸਾਰੀ ਸੇਵਾ ਸਾਡੀ ਵਿਅਰਥ ਜਾ ਰਹੀ ਹੈ, ਉਹ ਥਾਂ ਨਹੀਂ ਪੈ ਰਹੀ। ਜਿਵੇਂ ਖੇਤ ਨੂੰ ਪਾਣੀ ਲਾਇਆ ਪਰ ਨੱਕਾ ਕੋਈ ਮੋੜਿਆ ਨਹੀਂ ਸੀ, ਉਹ ਪਾਣੀ ਫਿਰ ਹੋਰ ਹੀ ਪਾਸੇ ਨੂੰ ਲੰਘ ਜਾਏਗਾ ਨਾ। ਜਿਹੜੀ ਪੈਲੀ 'ਚ ਆਪਾਂ ਭੇਜਣਾ ਸੀ ਪਾਣੀ ਉੱਥੇ ਤਾਂ ਪਹੁੰਚਿਆ ਹੀ ਨਹੀਂ, ਬਾਹਰੋਂ ਹੀ ਲੰਘ ਗਿਆ। ਅਤੇ ਉਹ ਇਸੇ ਤਰ੍ਹਾਂ ਵੀ ਸੇਵਾ ਤਾਂ ਕੀਤੀ ਬਹੁਤੀ, ਪਰੰਤੂ ਆਹ ਚੀਜ਼ਾਂ ਦਾ ਨੱਕਾ ਜਿਹੜਾ ਸੀ ਇਸ ਪਾਸੇ ਨੂੰ ਲਾਇਆ ਹੀ ਨਹੀਂ, ਕਿ ਤੋੜਿਆ ਹੀ ਨਹੀਂ ਇੱਧਰੋਂ, ਅਤੇ ਉਹ ਫਿਰ ਇੱਧਰਲੇ ਪਾਸੇ ਨੂੰ ਸੇਵਾ ਦਾ ਕੋਈ ਲਾਭ ਮਿਲਿਆ ਹੀ ਨਹੀਂ। ਉਹ ਸਾਰੀ ਸੇਵਾ ਐਂ ਹੀ ਚਲੀ ਗਈ। ਤਾਂ ਕਰਕੇ ਭਾਈ ਸੇਵਾ ਕਰਨ ਲੱਗਿਆਂ ਮਹਾਰਾਜ ਕਹਿੰਦੇ ਆ ਮੁਰਦਾ ਹੋਏ ਮੁਰੀਦ। ਮੁਰਦੇ ਦੇ ਵਾਂਗ ਮੁਰੀਦ ਨਾਉ ਸੇਵਕ ਦਾ, ਮੁਰਦੇ ਵਾਂਗ ਹੋਣਾ ਪੈਂਦਾ ਹੈ। ਮੁਰਦੇ ਦੇ ਮਨ ਦੇ ਵਿੱਚ ਕੋਈ ਖਿਆਲ ਨਹੀਂ ਰਹਿ ਗਿਆ। ਇੱਦਾਂ ਸੇਵਕ ਦੇ ਮਨ ਦੇ ਅੰਦਰ ਸੇਵਾ ਕਰਦਿਆਂ ਕਰਦਿਆਂ ਕੋਈ ਫੁਰਨਾ ਨਹੀਂ ਹੁਣ ਰਹਿ ਜਾਣਾ ਚਾਹੀਦਾ ਸੀ। ਸਾਰੇ ਆਪਣੇ ਫੁਰਨੇ ਹੀ ਖਤਮ ਕਰ ਦੇਣੇ। ਬਸ ਵੀ ਆਪਣੀ ਕੁਝ ਨਹੀਂ, ਵੀ ਹੁਣ ਜਿਹਦੀ ਸੇਵਾ ਕਰ ਰਹੇ ਹਾਂ ਬਸ ਉਹਦਾ ਹੀ ਅੰਦਰ ਖਿਆਲ ਰਹਿ ਜੇ ਇਕੱਲਾ। ਇਹੋ ਜਿਹਾ ਸੇਵਕ ਬੜੇ ਟਾਵੇਂ ਨੇ ਜਿਨ੍ਹਾਂ ਨੇ ਕੀਤੀ ਹੈ ਨਾ ਇੱਦਾਂ ਦੀ ਸੇਵਾ। ਅਤੇ ਮਹਾਰਾਜ ਕਹਿੰਦੇ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ। ਤੂੰ ਬਖਸ਼ੀਸੀ ਅਗਲਾ, ਨਿਤ ਦੇਵਹਿ ਚੜ੍ਹੇ ਸਵਾਇਆ। ਵਡਿਆਈ ਵੱਡਾ ਪਾਇਆ। ਮਰ ਕੇ ਜਿਹਨਾਂ ਸੇਵਾ ਕੀਤੀ ਇੱਦਾਂ ਉਹਨਾਂ ਦੇ ਅੰਦਰ ਸੰਤੋਖ ਬਖਸ਼ਦਾ ਹੈ ਗੁਰੂ ਪਰਮਾਤਮਾ। ਸੱਚੋ ਸਾਚੋ ਸੱਚ ਹੀ ਸੱਚ ਨੂੰ ਧਿਆਉਣ ਲੱਗ ਪੈਂਦੇ ਨੇ। ਉਹਨੀ ਮੰਦਾ ਪੈਰ, ਮੰਦੇ ਗਲਤ ਰਸਤਿਆਂ 'ਤੇ ਫਿਰ ਪੈਰ ਨਹੀਂ ਰੱਖਦੇ ਆਪਣਾ। ਮਨ ਦਾ ਫੁਰਨਾ ਵੀ ਗਲਤ ਪਾਸੇ ਨਹੀਂ ਲੈ ਕੇ ਜਾਂਦੇ। ਕਰ ਸੁਕ੍ਰਿਤ, ਧਰਮ ਦੇ ਕਰਮ ਕਮਾਉਂਦੇ ਨੇ, ਪੁੰਨ ਕਰਦੇ ਹਨ। ਦੁਨੀਆ ਦੇ ਬੰਧਨ ਸਾਰੇ ਫਿਰ ਉਹ ਤੋੜਦੇ ਨੇ, ਹੋਰ ਨਾ ਜੰਜਾਲਾਂ 'ਚ ਨਹੀਂ ਪੈਂਦੇ। ਭਾਈ ਮੰਝ ਜੀ ਵਾਂਗ ਤੋੜ ਦਿੱਤੇ ਸਾਰੇ ਬੰਧਨ, ਲੱਗ ਪਏ ਗੁਰੂ ਦੀ ਸੇਵਾ ਦੇ ਵਿੱਚ ਹੀ ਤਿਆਰ ਬਰ ਤਿਆਰ ਹੋ ਕੇ। ਅਤੇ ਅੰਨ ਪਾਣੀ ਥੋੜ੍ਹਾ ਖਾਇਆ। ਅੰਨ ਪਾਣੀ ਥੋੜ੍ਹਾ ਛਕਦੇ ਆ ਜਿਹਦੇ ਨਾਲ ਸਰੀਰ ਦਾ ਬਸ ਨਿਰਵਾਹ ਚੱਲਦਾ ਰਹੇ। ਵੀ ਸਰੀਰ ਕਿਉਂਕਿ 3.5 ਮਣ ਦੇਵਰੀ ਚੱਲੇ ਪਾਣੀ ਅੰਨ, ਤਨ ਪਾਣੀ ਨਾਲ ਚੱਲਣੀ, ਪਰ ਛਕਣਾ ਓਨਾ ਕੁ ਜਿਹਦੇ ਨਾਲ ਬਸ ਇਹ ਚੱਲਦਾ ਰਹੇ। ਇਹ ਨਹੀਂ ਕਿ ਬਸ ਇਹਦੇ ਹੀ ਸਵਾਦਾਂ ਦੇ ਵਿੱਚ ਫਸੇ ਰਹਿਣਾ। ਨਹੀਂ, ਸੇਵਾ ਸਾਡੇ ਅੰਦਰ ਇਹ ਚੀਜ਼ਾਂ ਬਖਸ਼ਿਸ਼ ਕਰ ਦਿੰਦੀ ਹੈ। ਫਿਰ ਤੂੰ ਬਖਸ਼ੀਸੀ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ। ਪਰਮਾਤਮਾ ਫਿਰ ਬਖਸ਼ਿਸ਼ਾਂ ਕਰਦਾ ਬਹੁਤੀਆਂ ਤੋਂ ਬਹੁਤੀਆਂ। ਨਿਤਾ ਪ੍ਰਤੀ ਕਹਿੰਦੇ ਸਵਾਈਆਂ ਤੋਂ ਸਵਾਈਆਂ ਬਖਸ਼ਿਸ਼ਾਂ ਕਰ ਦਿੰਦਾ। ਉਹਦਾ ਜਸ ਵੀ ਦੂਣ ਸਵਾਇਆ ਹੋ ਕੇ ਚੜ੍ਹਦਾ। ਇੱਦਾਂ ਭਾਈ ਵਡਿਆਈਆਂ ਕਰਕੇ ਵੱਡੇ ਪਰਮਾਤਮਾ ਨੂੰ ਪਾਲਿਆ ਜਾਂਦਾ। ਇਹ ਸੇਵਾ ਦੀ ਭਾਈ ਮਹਾਨ ਇਹ ਦੇਣ ਹੈ ਕਿ ਸੇਵਾ ਕਰਕੇ ਮਨੁੱਖ ਜਿਹੜਾ ਹੈ ਇਹ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਅਨੇਕਾਂ ਸਾਧੂ ਸੰਤਾਂ ਮਹਾਤਮਾ ਦੀ ਆਪਾਂ ਜੀਵਨ ਪੜ੍ਹਦੇ ਸੁਣਦੇ, ਉਹਨਾਂ ਦੇ ਜੀਵਨ ਦੇ ਵਿੱਚ ਸਭ ਤੋਂ ਵੱਡੀ ਘਾਲਣਾ ਸੇਵਾ ਦੀ ਹੋਈ ਹੁੰਦੀ ਹੈ। ਤਾਂ ਮਾਰੇ ਕਹਿਣਾ ਗੁਰ ਸੇਵਾ ਤਪਾਂ ਸਿਰ ਤਪ ਸਾਰ। ਗੁਰੂ ਦੀ ਸੇਵਾ ਹੀ ਸਾਰੇ ਤਪਾਂ ਵਿੱਚੋਂ ਵੱਡਾ ਤਪ ਹੈ। ਹੋਰ ਸਿੱਖ ਨੂੰ ਧੂਣੀਆਂ ਲਾਉਣ ਦੀ ਲੋੜ ਨਹੀਂ ਜਾਂ ਧੁੱਪੇ ਬੈਠਣ ਦੀ ਲੋੜ ਨਹੀਂ। ਵੀ ਜਿਵੇਂ ਆ ਜੇਠ ਹਾੜ ਦੇ ਮਹੀਨੇ ਵਿੱਚ ਅੱਤ ਦੀ ਧੁੱਪ ਪੈਂਦੀ ਹੈ ਨਾ, ਕਈ ਕੀ ਕਰਦੇ ਕਿ ਆਪਣੇ ਪਾਸੇ ਧੂਣੀਆਂ ਲਾ ਲੈਂਦੇ ਨੇ, 4-4 ਪਾਥੀਆਂ ਰੱਖ ਕਰਕੇ ਅਤੇ ਧੂਣੀਆਂ ਤਖਾ ਲਈਆਂ, ਵਿੱਚ ਆਪ ਬਹਿ ਗਏ ਨੰਗੇ ਪਿੰਡਾ ਕਰਕੇ। ਉੱਤੋਂ ਸੂਰਜ ਦੀ ਗਰਮੀ ਪੈਣੀ, ਆਸੇ ਪਾਸੇ ਉਹ ਗੋਹਿਆਂ ਦੀ ਅੱਗ ਦੀ ਗਰਮੀ ਪੈਣੀ। ਵੀ ਇੰਨੀ ਗਰਮੀ 'ਚ ਬਹਿਣਾ ਜੀ ਮੈਂ ਤਪੱਸਿਆ ਕਰਦਾ। ਮਹਾਰਾਜ ਕਹਿੰਦੇ ਸਿੱਖੋ ਤੁਹਾਨੂੰ ਇਹੋ ਜਿਹੇ ਪਖੰਡ ਕਰਨ ਦੀ ਲੋੜ ਨਹੀਂ।
ਤੁਸੀਂ ਗੁਰੂ ਦੀ ਸੇਵਾ ਕਰੋ, ਇਹੀ ਸਭ ਤੋਂ ਵੱਡੀ ਤਪੱਸਿਆ ਹੈ, ਇਹੀ ਮਹਾਨ ਤਪੱਸਿਆ ਹੈ, ਕਿਉਂਕਿ ਇਹਦੇ ਵਿੱਚ ਬੜੀ ਘਾਲਣਾ ਘਾਲਣੀ ਪੈਂਦੀ। ਤੋ ਜਿਨ੍ਹਾਂ ਨੇ ਇਹ ਕੀਤੀ ਹੈ ਭਾਈ, ਫਿਰ ਉਹ ਗੁਰੂ ਦਾ ਸਰੂਪ ਹੀ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਤਾਂ ਗੁਰੂ ਅੰਗਦ ਦੇਵ ਜੀ ਨੇ ਸੇਵਾ ਕੀਤੀ, ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਸੇਵਾ ਕੀਤੀ, ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਮਹਾਨ ਸੇਵਾ, ਉਹਨਾਂ ਨੇ ਆਪ ਸੇਵਾਵਾਂ ਕਰਕੇ ਤੇ ਸਾਨੂੰ ਸੇਵਾ ਦੀ ਜਾਚ ਦੱਸੀ ਵੀ ਇੱਦਾਂ ਸੇਵਾ ਕਰਨੀ। ਅਤੇ ਕਰਦਿਆਂ ਜਦੋਂ ਮਹਾਨ ਸੇਵਾ ਗੁਰੂ ਅੰਗਦ ਸਾਹਿਬ ਨੇ ਕੀਤੀ, ਭਾਈ ਲਹਿਣਾ ਜੀ ਪਹਿਲਾਂ ਨਾਮ ਸੀ, ਅਤੇ ਮਹਾਰਾਜ ਨੇ ਫਿਰ ਗਲ ਨਾਲ ਲਾਇਆ ਘੁੱਟ ਕੇ, ਅਤੇ ਨਾਮ ਦਿੱਤਾ ਅੰਗਦ, ਅੰਗਾਂ ਨਾਲ ਲਾ ਕੇ ਆਪਣੇ ਨਾਮ ਦਿੱਤਾ ਅੰਗਦ, ਵੀ ਅੱਜ ਤੋਂ ਤੁਹਾਡਾ ਨਾਮ ਹੈ ਅੰਗਦ। ਤੋ ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੂਪ ਹੀ ਹੋ ਗਏ। ਸੇਵਾ ਜਿਹਦੀ ਸੇਵਾ ਕਰਦੇ ਹਾਂ ਉਹਦਾ ਰੂਪ ਹੀ ਬਣਾ ਦਿੰਦੀ ਹੈ। ਤੋ ਇਸ ਕਰਕੇ ਭਾਈ ਇਹ ਸੇਵਾ ਬੜੀ ਮਹਾਨ। ਪਰ ਮਹਾਰਾਜ ਕਹਿੰਦੇ ਆ ਕਿ ਇੱਦਾਂ ਦਾ ਸੇਵਕ ਬਣਨਾ ਇਹ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ। ਸਾਬਰ ਸਿਦਕ ਸ਼ਹੀਦ ਪਰਮ ਭਉ ਖੋਵਣਾ, ਸੇਵਕ ਦੇ ਅੰਦਰ ਸਬਰ ਹੋਣਾ ਚਾਹੀਦਾ, ਸਿਦਕ ਹੋਣਾ ਚਾਹੀਦਾ, ਸਿਦਕ ਨਾਮ ਭਰੋਸੇ ਦਾ। ਸ਼ਹੀਦ ਨਾਮ ਹੈ ਸ਼ਹਾਦਤ ਦੇਣ ਵਾਲਾ, ਗਵਾਹੀ ਦੇਣ ਵਾਲਾ। ਅਤੇ ਇਸੇ ਤਰ੍ਹਾਂ ਭਰਮ ਭਉ ਖੋਵਣਾ, ਭਰਮ ਜਿਹੜੇ ਭੁਲੇਖੇ ਨੇ, ਭਉ ਡਰ ਹੈ, ਇਹ ਗਵਾਉਣੇ ਪੈਂਦੇ ਨੇ। ਰਾਤਾਂ ਨੂੰ ਵੀ ਜਾ ਕੇ ਸੇਵਾ ਕਰਨੀਆਂ ਪੈਂਦੀਆਂ ਹਨ, ਅਤੇ ਇਹੋ ਜਿਹੀਆਂ ਥਾਵਾਂ 'ਤੇ ਵੀ ਜਾ ਕੇ ਸੇਵਾ ਕਰਨੀ ਪੈਂਦੀ ਹੈ ਵੀ ਜਿੱਥੇ ਹਰੇਕ ਬੰਦਾ ਨੱਕ ਮੂੰਹ ਵੱਟਦਾ ਹੈ। ਜਿਵੇਂ ਮਹਾਰਾਜ ਜੀ ਚਿੱਕੜ ਸੀ, ਚਿੱਕੜ ਦੇ ਵਿੱਚ ਕੌਲਾ ਸੁੱਟ ਦਿੱਤਾ, ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਲਿਆਓ ਕੱਢ ਕੇ, ਸਾਰੇ ਨੱਕ ਮੂੰਹ ਵੱਟਣ। ਭਾਈ ਲਹਿਣਾ ਜੀ ਵੱਲ ਤੱਕਿਆ ਹੀ ਆ, ਅਤੇ ਮਹਾਰਾਜ ਨੇ ਕੁਝ ਨਹੀਂ ਦੇਖਿਆ ਕਿ ਮੇਰੇ ਕਿਹੋ ਜਿਹੇ ਕੱਪੜੇ ਪਾਏ ਆ ਜਾਂ ਮੈਂ ਕੀ ਕਰਦਾ ਹਾਂ। ਮਾਰੀ ਛਾਲ ਜਾ ਕੇ ਚਿੱਕੜ 'ਚ, ਕੱਢਿਆ ਕੌਲਾ, ਚੰਗੀ ਤਰ੍ਹਾਂ ਸੋਧ ਕੇ ਮਾਂਜ ਕੇ ਲਿਆ ਕੇ ਮਹਾਰਾਜ ਕੋਲੇ ਰੱਖ ਦਿੱਤਾ। ਫਿਰ ਆਪ ਇਸ਼ਨਾਨ ਕਰਨ ਚੱਲ ਗਏ, ਕੱਪੜੇ ਧੋਣ ਲੱਗ ਪਏ। ਅਤੇ ਉਹ ਲਿੱਦਣ ਕੱਢਿਆ ਮਹਾਰਾਜ ਜੀ ਨੇ ਪੈਲੀ ਦੇ ਵਿੱਚੋਂ, ਵਿੱਚ ਚੋਵੇ ਚਿੱਕੜ ਸਾਰਾ, ਪੰਡ ਬਣਾਈ। ਮਹਾਰਾਜ ਕਹਿੰਦੇ ਚੁੱਕੋ ਜੀ, ਸਾਰੇ ਪਿੱਛੇ ਨੂੰ ਹੋ ਗਏ ਵੀ ਹੁਣ ਕਿਹੜਾ ਸਿਰ 'ਤੇ ਚਿੱਕੜ ਚੁੱਕੇ। ਬਾਬਾ ਲਹਿਣਾ ਜੀ ਜੋ ਮਹਾਰਾਜ ਜੀ ਕੋਲੇ ਨਵੇਂ ਆਏ ਹੋਏ ਸਨ, ਅਤੇ ਨਵੇਂ ਸੋਹਣੇ ਕੱਪੜੇ ਪਾਏ ਹੋਏ ਸੀ, ਬੜੇ ਸੋਹਣੇ ਜਿਹੇ। ਅਤੇ ਮਹਾਰਾਜ ਕਹਿੰਦੇ ਚੱਲ ਵੀ ਪੁਰਖਾ ਚੱਕ ਪੰਡ, ਚੱਕੀ ਪੰਡ ਸਿਰ 'ਤੇ। ਉਹ ਸਾਰਾ ਹੀ ਕਹਿ ਲਓ ਕਿ ਚਿੱਕੜ ਦੇ ਨਾਲ ਹੀ ਭਰ ਗਿਆ ਸਰੀਰ। ਚੋਲਾ ਨਵਾਂ ਪਾਇਆ ਸੀ ਉਹ ਵੀ ਸਾਰਾ ਲਿਬੜ ਗਿਆ, ਪਰ ਕੋਈ ਖਿਆਲ ਹੀ ਨਹੀਂ ਕੀਤਾ ਉਸ ਪਾਸੇ ਦਾ। ਇੱਦਾਂ ਭਾਈ ਇਹ ਕਹਿ ਲਓ ਕਿ ਸਭ ਤਰ੍ਹਾਂ ਦਾ ਭਰਮ ਭੁਲੇਖਾ ਵੀ ਅਤੇ ਡਰ ਆਦਿਕ ਜਿਹੜੇ ਨੇ ਇਹ ਵੀ ਖੋਹਣੇ ਪੈਂਦੇ ਨੇ, ਨਾਸ਼ ਕਰਨੇ ਪੈਂਦੇ ਆ। ਸੇਵਾ ਜਾ ਕੇ ਕਰਨੀ ਪੈਂਦੀ ਹੈ। ਸੇਵਕ ਦੇ ਅੰਦਰ ਇਹੋ ਜਿਹੇ ਗੁਣ ਹੋਣੇ ਚਾਹੀਦੇ। ਫਿਰ ਹੋਰ ਕੀ ਹੈ, ਗੋਲਾ ਮੁੱਲ ਖਰੀਦ ਕਾਰੇ ਜੋਬਣਾ। ਜਿਵੇਂ ਮੁੱਲ ਖਰੀਦਿਆ ਹੋਇਆ ਹੋਵੇ ਨਾ ਜਿਹੜਾ ਗੋਲਾ, ਜਿਹਨੇ ਖਰੀਦਿਆ ਹੁੰਦਾ ਫਿਰ ਉਹਦੇ ਹੁਕਮ ਦੇ ਵਿੱਚ ਉਹਨੂੰ ਰਹਿਣਾ ਪੈਂਦਾ। ਹਾਲਾਂਕਿ ਇੱਕ ਤਾਂ ਹੁੰਦਾ ਉੱਦਾਂ ਨੌਕਰੀ ਕਰਨੀ, ਉੱਥੇ ਤਾਂ ਬੰਦਾ ਚਲੋ ਕੋਈ ਛੁੱਟੀ ਲੈ ਲੈਂਦਾ, ਕਿਤੇ ਬੰਦਾ ਕੁਝ ਕਹਿੰਦਾ ਵੀ ਆਹ ਕੰਮ ਮੇਰੇ ਤੋਂ ਨਹੀਂ ਹੋਣਾ, ਠੀਕ ਹੈ, ਮਾਲਕ ਵੀ ਉਹਨੂੰ ਕਹਿ ਦਿੰਦਾ ਵੀ ਨਹੀਂ ਹੋ ਸਕਦਾ, ਚਲੋ ਕੋਈ ਨਹੀਂ। ਪਰੰਤੂ ਜਿਹੜਾ ਮੁੱਲ ਖਰੀਦਿਆ ਹੋਇਆ ਹੋਵੇ ਗੋਲਾ, ਉਹਨੂੰ ਫਿਰ ਉਸੇ ਤਰ੍ਹਾਂ ਹੀ ਕਰਨਾ ਪੈਂਦਾ ਜਿਵੇਂ ਉਹਦਾ ਮਾਲਕ ਕਹਿੰਦਾ ਹੈ, ਕਿਉਂਕਿ ਉਹਦੇ ਪੈਸੇ ਭਰੇ ਹੋਏ ਹੁੰਦੇ ਨੇ ਉਹਨੇ। ਇਸ ਕਰਕੇ ਕਹਿੰਦੇ ਜਿਵੇਂ ਮੁੱਲ ਖਰੀਦਿਆ ਹੋਇਆ ਗੋਲਾ, ਉਹ ਹਰੇਕ ਕਾਰੇ ਉਹਨੂੰ ਜੋਇਆ ਜਾਂਦਾ ਪਸ਼ੂਆਂ ਵਾਂਗੂ। ਕਹਿੰਦੇ ਤਿਵੇਂ ਹੀ ਸੇਵਕ ਨੂੰ ਮੁੱਲ ਖਰੀਦੇ ਹੋਏ ਗੋਲੇ ਦੇ ਵਾਂਗ ਗੁਰੂ ਦੇ ਹੁਕਮ ਦੇ ਵਿੱਚ ਜੁਟਣਾ ਪੈਂਦਾ ਹੈ। ਆਪਣੇ ਮਾਲਕ ਨੂੰ ਜਵਾਬ ਨਹੀਂ ਦੇਣਾ। ਜੋ ਗੁਰੂ ਨੇ ਕਿਹਾ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਆਖੇ ਉਹਨੂੰ ਭਲਾ ਕਰਕੇ ਮੰਨਣਾ। ਇਹ ਹੀ ਮਹਾਰਾਜ ਕਹਿੰਦੇ ਕਿ ਸਿੱਖ ਦਾ ਕਰਮ ਹੋਇਆ ਕਰਦਾ ਹੈ। ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਹੋਰ ਕਿਹੋ ਜਿਹਾ ਹੋ ਜਾਵੇ ਸੇਵਕ, ਕਹਿੰਦੇ ਨਾ ਫਿਰ ਭੁੱਖ ਅਤੇ ਨਾ ਨੀਂਦ ਦੀ ਇੱਛਾ ਹੋਵੇ। ਬਹੁਤੇ ਤਾਂ ਆਪਾਂ ਦੇਖਦੇ ਨਾ ਬਸ ਧਿਆਨ ਲੰਗਰ ਵੱਲ ਹੀ ਰਹਿੰਦਾ ਕਿ ਕਦੋਂ ਲੰਗਰ ਪੱਕਿਆ, ਚਾਹੇ ਗੁਰੂ ਦਾ ਕਿੱਡਾ ਗਹਿਰੇ ਤੋਂ ਗਹਿਰਾ ਕੋਈ ਉਪਦੇਸ਼ ਹੋਵੇ ਜਾਂ ਕਿੰਨੀ ਗਹਿਰੀ ਵਿਚਾਰ ਕੋਈ ਸ਼ਬਦ ਹੋਵੇ, ਨਾਮ ਦਾ ਰਸ ਆ ਰਿਹਾ ਹੋਵੇ, ਕਥਾ ਕੀਰਤਨ ਜੋ ਕੁਝ ਵੀ ਹੋ ਰਿਹਾ ਹੋਵੇ, ਉਹ ਕਈਆਂ ਦੀ ਸੁਰਤ ਕੇਵਲ ਉੱਤੇ ਹੀ ਹੁੰਦੀ ਹੈ ਵੀ ਲੰਗਰ 'ਚ ਕੀ ਬਣਿਆ। ਉਹ ਭੱਜ ਕੇ ਜਾ ਕੇ ਲੰਗਰ ਨੂੰ ਜਾ ਕੇ ਪੈ ਜਾਂਦੇ ਹਨ। ਉਹ ਕਹਿੰਦੇ ਨਹੀਂ ਭਾਈ, ਜਿਹੜਾ ਸੇਵਕ ਹੈ ਉਹ ਠੀਕ ਹੈ, ਲੰਗਰ ਤਾਂ ਆਪਣੇ ਛਕਣ ਵਾਸਤੇ ਹੀ ਆ, ਪਰ ਇਹ ਨਹੀਂ ਵੀ ਗੱਲਾਂ ਲੰਗਰ ਛਕਣ 'ਤੇ ਹੀ ਆ ਆਪਾਂ। ਕਹਿੰਦੇ ਨਾ ਤਿਸ ਭੁੱਖ, ਇਹ ਭੁੱਖੜ ਪੁਣਾ ਜਿਹੜਾ ਇਹ ਨਹੀਂ ਲੈ ਕੇ ਆਉਣਾ ਸੇਵਕ ਨੇ ਆਪਣੇ ਅੰਦਰ। ਔਰ ਨਾ ਨੀਂਦ, ਇਹ ਵੀ ਨਹੀਂ ਕਿ ਹੁਣ ਜਾ ਕੇ ਸੁੱਤਾ ਰਹਿਣਾ।
ਬਹੁਤ ਸਾਰੇ ਇਹੋ ਜਿਹੇ ਵੀ ਆਉਂਦੇ ਨੇ, ਕਈ ਹੁੰਦੇ ਹਨ, ਉਹ ਜ਼ਿਆਦਾ ਨੀਂਦ ਨੂੰ ਤਰਜੀਹ ਦਿੰਦੇ ਆ। ਉਹ ਕਹਿੰਦੇ ਜੀ ਮੈਂ ਇੰਨਾ ਚਿਰ ਸੌਣਾ ਵੀ ਆ, ਉਹ ਜਦੋਂ ਮਰਜ਼ੀ ਪੁੱਛ ਲਓ ਭਈ ਆਹ ਕੰਮ ਕਰਨਾ, ਆਖੇ ਜੀ ਇਹ ਕਿੱਦਾਂ ਹੋਊ, ਮੈਂ ਫਿਰ ਆਹ ਕੰਮ ਕਰਨਾ, ਮੈਂ ਫਿਰ ਆਹ ਕੰਮ ਕਰਨਾ ਹੁੰਦਾ, ਫਿਰ ਮੈਂ ਸੌਣਾ ਵੀ ਹੁੰਦਾ, ਇੰਨੇ ਘੰਟੇ ਮੈਂ ਉਦੋਂ ਸੌਣਾ, ਇੰਨੇ ਘੰਟੇ ਉਦੋਂ ਸੌਣਾ। ਉਹਨਾਂ ਨੇ ਆਪਣੀ ਨੀਂਦ ਨੂੰ ਹੀ ਮੁੱਖ ਤਰਜੀਹ ਦਿੱਤੀ ਹੁੰਦੀ ਹੈ। ਉਹ ਫਿਰ ਸੇਵਕ ਨਹੀਂ ਬਣ ਸਕਦੇ ਹਨ। ਨਾ ਖਾਣਾ ਸੋਵਣਾ, ਨਾ ਹੀ ਕਹਿੰਦੇ ਖਾਣ ਦੀ ਬਹੁਤੀ ਇੱਛਾ ਅਤੇ ਨਾ ਹੀ ਬਹੁਤੀ ਸੌਣ ਦੀ ਇੱਛਾ, ਇਹ ਤਿਆਗਣੀ ਪੈਂਦੀ ਹੈ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਦਸਮ ਪਾਤਸ਼ਾਹ ਜੀ ਦੇ ਵੀ ਬਚਨ ਹਨ। ਤੋ ਸੇਵਕ ਨੇ ਭਾਈ ਭੁੱਖ ਅਤੇ ਨੀਂਦ ਜਿਹੜੀ ਹੈ ਇਹ ਵੀ ਤਿਆਗਣੀ ਪੈਂਦੀ ਹੈ। ਇਹ ਵੀ ਨਹੀਂ ਕਿ ਹੁਣ ਵਰਤ ਰੱਖ ਲੈ ਵੀ ਮੈਂ ਖਾਣਾ ਹੀ ਕੁਝ ਨਹੀਂ, ਕਿਤੇ ਸਮਾਂ ਬਣਦਾ ਉਹੋ ਜਿਹਾ ਵੀ ਭੁੱਖਾ ਵੀ ਰਹਿਣਾ ਪੈ ਜਾਂਦਾ ਹੈ। ਜਾਣ ਬੁੱਝ ਕੇ ਭੁੱਖਿਆ ਨਹੀਂ ਰਹਿਣਾ, ਕਿਤੇ ਸਮਾਂ ਬਣ ਗਿਆ ਭੁੱਖਾ ਰਹਿਣਾ ਪਿਆ ਅਤੇ ਉਹਦਾ ਰਹਿਣਾ ਵੀ, ਉੱਥੇ ਵੀ ਸ਼ੁਕਰਾਨਾ ਕਰਨਾ ਰੱਬ ਦਾ। ਅਤੇ ਇਹ ਵੀ ਨਹੀਂ ਕਿ ਹੁਣ ਬਿਲਕੁਲ ਵੀ ਨਹੀਂ ਸੌਣਾ, ਸੌਣਾ ਵੀ ਹੈ, ਪਰ ਇਹ ਵੀ ਨਹੀਂ ਕਿ ਹੁਣ ਸਾਰਾ ਦਿਨ ਸੁੱਤੇ ਹੀ ਰਹਿਣਾ। ਜ਼ਿਆਦਾ ਤਰਜੀਹ ਸੇਵਾ ਵਾਲੇ ਪਾਸੇ, ਨਾਮ ਬਾਣੀ ਵਾਲੇ ਪਾਸੇ ਦੇਣੀ, ਅਤੇ ਸਰੀਰ ਨੂੰ ਜਿੰਨਾ ਕੁ ਆਰਾਮ ਬਸ ਓਨਾ ਕੁ ਸੌਣਾ, ਅਤੇ ਬਾਕੀ ਜਦੋਂ ਮਾਲਕ ਆਵਾਜ਼ ਮਾਰੇ ਉਦੋਂ ਹੀ ਉੱਠ ਪੈਣਾ। ਜਦੋਂ ਵੀ ਮਹਾਰਾਜ ਜੀ ਹੁਣ ਗੁਰੂ ਅੰਗਦ ਦੇਵ ਮਹਾਰਾਜ ਨੂੰ ਆਵਾਜ਼ ਮਾਰਦੇ ਸੀ ਅਤੇ ਸਤਿਗੁਰੂ ਜੀ ਉਸੇ ਸਮੇਂ ਹਾਜ਼ਰ ਹੋ ਜਾਂਦੇ, ਹੱਥ ਜੋੜਦੇ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਮਹਾਰਾਜ ਅਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਵੀ ਇਸੇ ਤਰ੍ਹਾਂ ਹੀ ਆਪਾਂ ਸਾਖੀਆਂ ਸੁਣਦੇ। ਜਦੋਂ ਵੀ ਕਿਤੇ ਚਾਹੇ ਰਾਤ ਹੈ ਚਾਹੇ ਦਿਨ ਹੈ, ਜਿੱਥੇ ਵੀ ਆਵਾਜ਼ ਮਾਰਨੀ ਉੱਥੇ ਹੀ ਭੱਜ ਕੇ ਹੱਥ ਜੋੜ ਕੇ ਖਲੋਣਾ, ਮਹਾਰਾਜ ਹੁਕਮ। ਤੋ ਇੱਦਾਂ ਸੇਵਕ ਬਣਨ ਵਾਸਤੇ ਆਹ ਕਹਿੰਦੇ ਗੁਣ ਚਾਹੀਦੇ ਹਨ। ਉਹ ਫਿਰ ਭੁੱਖ ਅਤੇ ਨੀਂਦ ਦਾ ਬਾਹਲਾ ਜ਼ਿਆਦਾ ਨਾ ਹੋਵੇ ਕਿ ਮੈਂ ਹੁਣ ਰੋਟੀਆਂ ਖਾਈ ਜਾਵਾਂ ਅਤੇ ਜਾਂ ਮੈਂ ਸੁੱਤਾ ਹੀ ਰਹਾਂ। ਹੁਣ ਰੋਟੀ ਖਾਵਾਂਗੇ ਬਹੁਤੀ ਰੱਜ ਕੇ, ਸੁਭਾਵਿਕ ਹੈ ਕਿ ਉਹਦੇ ਨਾਲ ਨੀਂਦ ਤਾਂ ਫਿਰ ਆਉਣੀ ਆਉਣੀ ਹੈ। ਇਸ ਕਰਕੇ ਥੋੜ੍ਹਾ ਖਵਣਾ ਸਾਵਣਾ ਸੋਵਣਾ, ਗੁਰਮੁਖ ਹਿਰਦੈ ਗਰੀਬੀ ਆਵੇ। ਭਾਈ ਗੁਰਦਾਸ ਜੀ ਦੇ ਬਚਨ ਕਿ ਥੋੜ੍ਹਾ ਖਾਣਾ ਅਤੇ ਥੋੜ੍ਹਾ ਸੌਣਾ। ਅਤੇ ਇਹਦੇ ਨਾਲ ਫਿਰ ਜੀਵਨ, ਕਿਉਂਕਿ ਜ਼ਿਆਦਾ ਤਰਜੀਹ ਸੇਵਾ ਅਤੇ ਭਗਤੀ ਵਾਲੇ ਪਾਸੇ ਦੇਣੀ, ਸੋਹਣਾ ਜੀਵਨ ਫਿਰ ਬਣਦਾ। ਪੀਹਣ ਹੋਏ ਜਦੀਦ ਪਾਣੀ ਢੋਵਣਾ, ਔਰ ਜਦੋਂ ਹੀ ਮਾਲਕ ਦੀ ਆਗਿਆ ਹੋਵੇ ਵੀ ਸੰਗਤਾਂ ਵਾਸਤੇ ਆਟੇ ਦੀ ਲੋੜ ਹੈ ਅਤੇ ਚੱਕੀ ਪੀਓ, ਕਿਉਂ ਪੁਰਾਣੇ ਸਮੇਂ ਅੱਜ ਕੱਲ੍ਹ ਵਾਂਗ ਨਹੀਂ ਸਨ ਚੱਕੀਆਂ ਵੀ ਬਿਜਲੀ 'ਤੇ ਮੋਟਰਾਂ 'ਤੇ ਚੱਲਦੀਆਂ, ਉਹ ਹੱਥਾਂ ਨਾਲ ਪੀਣਾ ਪੈਂਦਾ ਸੀ ਨਾ ਸਾਰਾ ਕੁਝ। ਉਹ ਉਦਾਹਰਨ ਦਿੰਦੇ ਕਿ ਜਦੋਂ ਹੀ ਹੁਕਮ ਹੋਵੇ ਵੀ ਸੰਗਤ ਇੰਨੀ ਆ ਗਈ ਹੈ, ਪ੍ਰਸ਼ਾਦਾ ਤਿਆਰ ਕਰਨਾ ਅਤੇ ਲਓ ਚੱਕੀ ਪੀਸੋ। ਅਤੇ ਚੱਕੀ ਪੀਣੀ ਪੁਰਾਣੇ ਸਮੇਂ ਕਹਿ ਲਓ ਕਿ ਜਦੋਂ ਕਿਸੇ ਜ਼ੁਲਮ ਦੇ ਵਿੱਚ ਕੈਦੀ ਨੂੰ ਕੈਦ ਕੀਤਾ ਜਾਂਦਾ ਸੀ ਤਾਂ ਉਹਨੂੰ ਚੱਕੀ ਪੀਣ ਦੀ ਸਜ਼ਾ ਦਿੱਤੀ ਜਾਂਦੀ ਸੀ। ਭਾਵ ਕਿ ਚੱਕੀ ਪੀਣੀ ਉਸ ਸਮੇਂ ਇੱਕ ਬੜਾ ਔਖਾ ਕੰਮ ਹੋਇਆ ਕਰਦਾ ਹੁੰਦਾ ਸੀ। ਅਤੇ ਫਿਰ ਉਹ ਚੱਕੀ ਪੀਣੀ, ਅਤੇ ਇਹ ਜਾ ਕਰਕੇ ਫਿਰ ਭੱਜ ਕੇ ਸੇਵਕ ਨੇ ਵੀ ਆ ਗਈ ਆ ਸੰਗਤ ਅਤੇ ਮੈਂ ਚੱਕੀ ਪੀਵਾਂ, ਉਹ ਫਿਰ ਦਾਣੇ ਪੀਣ ਲੱਗ ਪੈਣੇ। ਬੜੇ ਸਿੱਖਾਂ ਦੀਆਂ ਸਾਖੀਆਂ ਆਉਂਦੀਆਂ ਕਿ ਕਿਵੇਂ ਉਹ ਬੜੇ ਪਿਆਰ ਦੇ ਨਾਲ ਚੱਕੀ ਪੀਆ ਕਰਦੇ ਹੁੰਦੇ ਸੀ। ਬਾਬਾ ਬਿਸ਼ਨ ਸਿੰਘ ਜੀ ਮਹਾਂਪੁਰਸ਼ ਹੋਏ ਆ, ਦਮਦਮੀ ਟਕਸਾਲ ਦੇ 10ਵੇਂ ਜਥੇਦਾਰ, ਬਾਬਾ ਸੁੰਦਰ ਸਿੰਘ ਜੀ ਤੋਂ ਪਹਿਲਾਂ ਮੁਰਾਲੇ ਪਿੰਡ ਵਿੱਚ ਰਹਿੰਦੇ ਸੀ। ਸ਼ਾਇਦ ਇਹ ਪਾਕਿਸਤਾਨ 'ਚ ਹੁਣ ਪੈਂਦਾ ਹੈ ਪਿੰਡ ਮੁਰਾਲਾ। ਅਤੇ ਉਹਨਾਂ ਦਾ ਸੁਭਾਅ ਸੀ ਅੰਮ੍ਰਿਤ ਵੇਲੇ ਦੇ ਨਾਲ ਉਹ ਤਕਰੀਬਨ ਘੰਟਾ ਕੀ ਸੌਂਦੇ ਸੀ 24 ਘੰਟਿਆਂ 'ਚੋਂ। ਤਕਰੀਬਨ ਰਾਤ ਨੂੰ 11 ਤੋਂ 12 ਜਾਂ 12 ਤੋਂ 1 ਵਜੇ ਤੱਕ 1 ਘੰਟਾ ਹੀ ਸੌਣਾ ਸੀ। ਬਿਰਧ ਅਵਸਥਾ ਸੀ ਉਹਨਾਂ ਦੀ। ਅਤੇ ਉਹਨਾਂ ਦਾ ਸੁਭਾਅ ਵੀ ਅੰਮ੍ਰਿਤ ਵੇਲੇ ਉਹਨਾਂ ਨੇ 1 ਵਜੇ ਉੱਠ ਕੇ, ਉੱਠਦਿਆਂ ਸਾਰ ਪਹਿਲਾਂ ਆਪ ਇਸ਼ਨਾਨ ਕਰਨਾ, ਫਿਰ ਇਸ਼ਨਾਨ ਕਰਕੇ ਅਤੇ ਉਹਨਾਂ ਨੇ ਨਾ ਕਹਿ ਲਓ ਕਿ ਆਪਣਾ ਨਿਤਨੇਮ ਬਾਣੀ ਪੜ੍ਹਨੀ, ਅਤੇ ਫਿਰ ਜਿਹੜੇ ਬਾਕੀ ਉਹਨਾਂ ਦੇ ਕੋਲੇ ਬੱਚੇ ਪੜ੍ਹਦੇ ਸਨ, ਭੁਜੰਗੀ ਹੋਰ ਸੰਥਿਆ ਕਰਨ ਵਾਲੇ, ਉਹਨਾਂ ਵਾਸਤੇ ਫਿਰ ਉਹਨਾਂ ਨੇ ਇੱਕ ਚਬੱਚਾ ਭਰਨਾ ਪਾਣੀ ਦਾ, ਖੂਹ ਦੇ ਵਿੱਚੋਂ ਪਾਣੀ ਕੱਢਣਾ। ਉਹਨਾਂ ਸਮੇਂ ਪੁਰਾਣੇ ਸਮੇਂ ਦੀ ਗੱਲ ਹੈ, 100 ਸਾਲ ਤੋਂ ਪਿੱਛੇ ਦੀ। ਅਤੇ ਪਾਣੀ ਦਾ ਚਬੱਚਾ ਭਰਨਾ, ਫਿਰ ਉਹ ਜਿਹੜੇ ਕੋਈ ਛੋਟੇ ਭੁਜੰਗੀ ਹੋਣੇ ਉਹਨਾਂ ਦਾ ਇਸ਼ਨਾਨ ਕਰਾਉਣਾ, ਉਹਨਾਂ ਦੇ ਕੱਪੜੇ ਤੱਕ ਵੀ ਧੋਣੇ ਬਾਬਾ ਬਿਸ਼ਨ ਸਿੰਘ ਜੀ ਉਹਨਾਂ ਨੇ। ਫਿਰ ਕਥਾ ਕਰਨੀ ਉਹਨਾਂ ਨੇ, ਉਦੋਂ ਬਾਅਦ ਫਿਰ ਸੰਥਿਆ ਆਦਿਕ ਕਰਾਉਣੀ। ਉਦੋਂ ਬਾਅਦ ਫਿਰ ਦਿਨੇ ਇਹਨਾਂ ਨੇ ਕਹਿ ਲਓ ਕਿ ਬਾਹਰ ਚਲੇ ਜਾਣਾ, ਰੇਤਲਾ ਇਲਾਕਾ ਜਿਹਾ ਸੀ ਉੱਥੇ, ਜੰਗਲ ਬੇਲਾ ਜਿਹਾ, ਉੱਥੇ ਜਾ ਕੇ ਭਜਨ ਕਰੀ ਜਾਣਾ ਸਾਰਾ ਦਿਨ। ਅਤੇ ਬਸ ਥੋੜ੍ਹਾ ਜਿਹਾ ਪ੍ਰਸ਼ਾਦਾ ਮੂੰਗੀ ਦੀ ਦਾਲ ਸੀ, ਥੋੜ੍ਹੀ ਜਿਹੀ ਉਹ ਛਕਿਆ ਕਰਦੇ ਹੁੰਦੇ, ਥੋੜ੍ਹੀ ਜਿਹੀ ਸ਼ਰਦਾਈ ਪੀਂਦੇ ਹੁੰਦੇ ਸੀ। ਐਸਾ ਉਹਨਾਂ ਦਾ ਜੀਵਨ ਸੀ ਮਹਾਂਪੁਰਖਾਂ ਦਾ। ਅਤੇ ਮਹਾਰਾਜ ਜੀ ਵਾਸਤੇ ਜਦੋਂ ਦੇਗ ਬਣਾਉਣੀ ਅਤੇ ਉਹ ਚੱਕੀ ਉਹਨਾਂ ਨੇ ਪੀ ਕੇ, ਅਤੇ ਉਹਦਾ ਰੋਜ਼ ਤਾਜ਼ੀ ਚੱਕੀ ਪੀਣੀ, ਦਾਣੇ ਪੀਣੇ ਅਤੇ ਆਟਾ ਕੱਢ ਕੇ ਅਤੇ ਉਹਦੀ ਦੇਗ ਬਣਾਉਣੀ, ਐਸੀ ਭਾਵਨਾ ਸੀ।
ਉੱਥੇ ਹੀ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਪਿਤਾ ਜੀ ਬਾਬਾ ਖਜਾਨ ਸਿੰਘ ਜੀ, ਇਹ ਵੀ ਉੱਥੇ ਰਹਿੰਦੇ ਸੀ। ਉਹ ਵੀ ਬੜੇ ਭਜਨੀਕ ਅਤੇ ਧਰਮਾਤਮਾ ਸਨ। ਅਤੇ ਬਾਬਾ ਬਿਸ਼ਨ ਸਿੰਘ ਜੀ ਨੇ ਇੱਕ ਦਿਨ ਸੁਭਾਵਿਕ ਹੀ ਇਹਨਾਂ ਨੂੰ ਪੁੱਛ ਲਿਆ। ਕਹਿਣ ਲੱਗੇ, ਭਾਈ ਖਜਾਨ ਸਿਆਂ, ਕਿ ਰਾਤ ਨੂੰ ਜੇਕਰ ਆਪਾਂ ਨਾ ਸੌਣਾ ਹੋਵੇ, ਹਾਲਾਂਕਿ 1 ਘੰਟਾ ਹੀ ਸੌਂਦੇ ਸੀ, ਕਹਿੰਦੇ ਸੀ ਵੀ ਉਹ ਨਾ ਸੌਣਾ ਹੋਵੇ ਆਪਾਂ, ਅਤੇ ਆਪਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਨੇ ਸੁਭਾਵਿਕ ਹੀ ਕਹਿ ਦਿੱਤਾ ਕਿ ਮਹਾਂਪੁਰਸ਼ੋ ਚੱਕੀ ਪੀ ਲੈਣੀ ਚਾਹੀਦੀ ਆ, ਕਿਉਂਕਿ ਚੱਕੀ ਪੀਣ 'ਤੇ ਜ਼ੋਰ ਲੱਗਣਾ ਹੈ ਅਤੇ ਨੀਂਦ ਕਿੱਥੇ ਆਉਣੀ ਉਸ ਸਮੇਂ। ਕਹਿੰਦੇ ਹਾਂ, ਤੁਹਾਡੀ ਗੱਲ ਸਿਆਣੀ। ਤੋ ਦੇਖੋ 23 ਘੰਟੇ ਤਾਂ ਉਹ ਇੱਧਰ ਹੀ ਸਿਮਰਨ ਭਜਨ 'ਚ ਸੇਵਾ 'ਚ ਹੀ ਰਹਿੰਦੇ ਸੀ। ਜਿਹੜਾ 1 ਘੰਟਾ ਆਰਾਮ ਕਰਨਾ ਸੀ, ਉਹ ਰਾਤ ਨੂੰ ਨਾ ਚੱਕੀ 'ਚ ਦਾਣੇ ਪਾ ਕੇ ਉਹਨਾਂ ਨੇ ਤੇ ਦਾਣੇ ਪੀਣੇ ਸ਼ੁਰੂ ਕਰ ਦੇਣੇ। ਤੋ ਫਿਰ ਸੰਗਤਾਂ ਨੇ ਬਾਬਾ ਜੀ ਨੂੰ ਕਿਹਾ, ਬਾਬਾ ਖਜਾਨ ਸਿੰਘ ਨੂੰ, ਕਿ ਬਾਬਾ ਜੀ ਉਹਦਾ ਮਹਾਂਪੁਰਖ ਅੱਗੇ ਹੀ ਆਰਾਮ ਨਹੀਂ ਕਰਦੇ, ਤੁਸੀਂ ਹੋਰ ਉਹਨਾਂ ਨੂੰ ਚੱਕੀ ਪੀਣ ਲਾ ਦਿੱਤਾ। ਕਹਿੰਦੇ ਜੀ ਮੈਂ ਤਾਂ ਨਹੀਂ ਲਾਇਆ, ਮੈਂ ਤਾਂ ਵੈਸੇ ਗੱਲ ਹੀ ਕੀਤੀ ਸੀ, ਹੁਣ ਮੈਨੂੰ ਕੀ ਪਤਾ ਵੀ ਉਹ ਆਪਣੇ ਵਾਸਤੇ ਪੁੱਛ ਰਹੇ ਸੀ। ਤੋ ਇੱਦਾਂ ਦਾ ਸਾਧ ਸੰਗਤ ਜੀ ਉਹਨਾਂ ਦਾ ਸੁਭਾਅ ਸੀ ਮਹਾਂਪੁਰਸ਼ਾਂ ਦਾ, ਬਾਬਾ ਬਿਸ਼ਨ ਸਿੰਘ ਜੀ ਦਾ। ਉਹਨਾਂ ਨੇ ਫਿਰ ਅੱਗੇ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਟਕਸਾਲ ਦੀ ਪੱਗ ਦਿੱਤੀ ਸੀ। ਤੋ ਇੱਦਾਂ ਚੱਕੀ ਪੀਣਾ ਜਦੀਦ ਜਦੋਂ ਹੀ ਲੋੜ ਪਵੇ। ਇਸੇ ਤਰ੍ਹਾਂ ਕਹਿ ਲਓ ਕਿ ਭਾਈ ਭਗਤੂ ਜੀ ਦੀ ਅੰਸ਼ ਬੰਸ਼ ਦੇ ਵਿੱਚ ਸਨ ਬਾਬਾ ਜੀਵਨ ਸਿੰਘ ਜੀ ਹੋਏ, ਬਾਬਾ ਜੀਵਨ ਜੀ, ਇੱਕ ਭਾਈ ਗੌਰਾ ਜੀ ਹੋਏ ਨੇ। ਅਤੇ ਇਹਨਾਂ ਦੇ ਪਾਸ ਵੀ ਇੱਕ ਸੇਵਕ ਰਹਿੰਦਾ ਸੀ, ਅਤੇ ਉਹ ਸਿੱਧੇ ਸਾਧੇ ਸੁਭਾਅ ਦਾ ਸੀ। ਅਤੇ ਉਹਦੇ ਬਚਨ ਕਹਿ ਲਓ ਕਿ ਜੋ ਮੂੰਹੋਂ ਬੋਲਦਾ ਹੁੰਦਾ ਸੀ ਅਤੇ ਪੂਰੇ ਹੋ ਜਾਂਦੇ ਹੁੰਦੇ। ਉਹ ਕੀ, ਜਦੋਂ ਇਹਨਾਂ ਨੇ ਕਹਿਣਾ ਵੀ ਸੇਵਾ ਕਰਨੀ, ਉਸੇ ਸਮੇਂ ਹੱਥ ਜੋੜ ਦੇਣੇ, ਕਹਿਣਾ ਜੀ ਸੰਗਤ ਆ ਰਹੀ ਹੈ, ਦਾਣੇ ਪੀਸੋ, ਚੱਕੀ ਪੀਣ ਲੱਗ ਪੈਣਾ। ਜਿਹੜਾ ਵੀ ਕੰਮ ਕਹਿਣਾ ਉਹਨਾਂ ਨੇ ਉਹੀ ਕਰਨ ਲੱਗ ਪੈਣਾ। ਉਹ ਸੇਵਾ ਕਰਦਿਆਂ ਕਰਦਿਆਂ ਇੰਨੀ ਬਰਕਤ ਪੈ ਗਈ ਕਿ ਜੋ ਮੂੰਹੋਂ ਬੋਲਦੇ ਸੀ ਅਤੇ ਉਹੀ ਹੋਣ ਲੱਗ ਪੈਂਦਾ ਸੀ। ਕਹਿੰਦੇ ਇੱਕ ਦਿਨ ਕਿਤੇ ਇਹਨਾਂ ਦੇ ਭਰਾ ਸੀ ਬਾਬਾ ਗੌਰਾ ਜੀ ਦੇ, ਹਾਲਾਂਕਿ ਕਹਿ ਲਓ ਕਿ 5ਵੇਂ ਪਾਤਸ਼ਾਹ 4ਥੇ ਪਾਤਸ਼ਾਹ ਤੋਂ ਇਹਨਾਂ ਦੇ ਘਰ 'ਚ ਸਿੱਖੀ ਚੱਲੀ ਆ ਰਹੀ ਸੀ। ਬੜੇ ਕਰਨੀ ਕਮਾਈ ਵਾਲੇ ਸਾਰੇ ਹੋਏ ਨੇ। ਗੁਰੂ ਮਹਾਰਾਜ ਜੀ ਦੇ ਨਾਲ ਅੱਤ ਦਾ ਇਹਨਾਂ ਦਾ ਪ੍ਰੇਮ ਰਿਹਾ, 7ਵੇਂ ਪਾਤਸ਼ਾਹ ਤੱਕ ਬੜਾ ਪ੍ਰੇਮ। ਇਹਨਾਂ ਦੇ ਅੱਗੇ ਪਰਿਵਾਰਾਂ ਵਿੱਚ ਰਾਜ ਭਾਗ ਵੀ ਆਏ ਸੀ। ਤੋ ਸੇਵਾ ਕਰਦੇ ਅਤੇ ਸੇਵਾ ਕਰਦਿਆਂ ਉਹ ਕਿਤੇ ਕੋਈ ਝੜਕ ਮਾਰ ਦਿੱਤੀ ਉਹਨੂੰ, ਅਤੇ ਉਹਨੇ ਚੱਕੀ ਪੀਂਦੇ ਪੀਂਦੇ ਨੇ ਵੈਸੇ ਹੀ ਕਹਿੰਦਾ ਵੀ ਲਓ ਮੈਂ ਨਹੀਂ ਅੱਜ ਤੋਂ ਬਾਅਦ ਚੱਕੀ ਪੀਣਾ, ਵੀ ਤੇਰੇ ਕੀ ਢਿੱਡ ਪੀੜ ਹੁੰਦੀ। ਉਹ ਸ਼ਬਦ ਇਹੋ ਜਿਹਾ ਕਿਹਾ ਅਤੇ ਉਹ ਤੜਫੇ ਜੀ। ਸ਼ਾਇਦ ਬਾਬਾ ਜੀਵਨ ਜੀ ਦੀ ਗੱਲ ਹੈ ਜਾਂ ਕੋਈ ਹੋਰ ਸੀ। ਅਤੇ ਉਹਨਾਂ ਦੇ ਕਹਿ ਲਓ ਕਿ ਬੜਾ ਪੇਟ ਦੇ ਵਿੱਚ ਸੂਲ ਉੱਠਿਆ, ਤੜਫੇ। ਕੋਈ ਵੈਦ ਹਕੀਮ ਨੂੰ ਪੁੱਛਿਆ, ਨਹੀਂ ਠੀਕ ਹੋਇਆ। ਅਤੇ ਫਿਰ ਉਹਨਾਂ ਦੇ ਕੋਲੇ ਲਿਆਂਦਾ ਵੀ ਤੂੰ ਭਾਈ ਤੂੰ ਕਹਿ ਦਿੱਤਾ ਸੀ, ਕੋਈ ਬੋਲੀ ਮਾਰਤੀ ਉਹਦੇ ਕਰਕੇ ਆ ਹੋ ਰਿਹਾ। ਅਤੇ ਫਿਰ ਚਲੋ ਉਹਨਾਂ ਨੇ ਕਿਹਾ ਵੀ ਠੀਕ ਹੈ ਭਾਈ, ਮੈਂ ਕੌਣ ਹੁੰਦਾ, ਮੈਨੂੰ ਸੇਵਾ ਤੋਂ ਛੱਡਣਾ ਨਹੀਂ, ਮੈਂ ਸੇਵਾ ਕਰਦੇ ਰਹਿਣਾ। ਕਹਿੰਦੇ ਤੂੰ ਸੇਵਾ ਕਰਿਆ ਕਰ। ਕਹਿੰਦੇ ਠੀਕ ਹੈ, ਫਿਰ ਇਹਦੀ ਢਿੱਡ ਪੀੜ ਠੀਕ ਹੋ ਜਾਊਗੀ। ਉਹ ਠੀਕ ਹੋ ਗਈ ਸੀ ਦਰਦ। ਉਹ ਇੱਦਾਂ ਇਹ ਗੁਰੂ ਘਰ ਦੀ ਚੱਕੀ ਪੀਣੀ ਜਦੀਦ ਜਦੋਂ ਹੀ ਹੁਕਮ ਹੋਵੇ ਕਿ ਸੰਗਤਾਂ ਆ ਗਈਆਂ, ਪੀਸੋ, ਚੱਕੀ ਪੀਣ ਲੰਘ ਪੈਣਾ। ਪਾਣੀ ਢੋਵਣਾ, ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਆਪ ਪਾਣੀ ਢੋਣ ਦੀ ਸੇਵਾ ਕਰਦੇ ਰਹੇ, ਇਹ ਸੇਵਕ ਫਿਰ ਇੱਦਾਂ ਸੇਵਾ ਕਰਨੀ। ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਅਤੇ ਫਿਰ ਪੱਖੇ ਝੱਲਣ ਦੀ ਤਾਗੀਦ ਪਕਿਆਈ ਕਰਨੀ, ਵੀ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਨੀ। ਪੁਰਾਣੇ ਸਮੇਂ ਪੱਖੇ ਝੱਲੇ ਜਾਂਦੇ ਹੁੰਦੇ। ਪੱਗ ਮਲ ਧੋਵਣਾ, ਵੀ ਸੰਗਤ ਜਦੋਂ ਆਉਣੀ ਉਹਨਾਂ ਦੇ ਚਰਨਾਂ ਨੂੰ ਮਲ ਮਲ ਕੇ ਧੋਵਣਾ। ਇਸ ਤਰ੍ਹਾਂ ਸੇਵਕ ਸੇਵਾ ਕਰਦੇ। ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਉਹ ਸੇਵਕ ਭਾਈ ਬੜੇ ਗੰਭੀਰ ਸੁਭਾਅ ਵਾਲਾ ਹੋ ਜਾਂਦਾ ਹੈ। ਨਾ ਐਵੇਂ ਬਹੁਤੇ ਪਦਾਰਥਾਂ ਨੂੰ ਪਾ ਕੇ ਹੱਸਦਾ, ਅਤੇ ਨਾ ਹੀ ਕਿਸੇ ਪਦਾਰਥਾਂ ਦੇ ਜਾਣ ਤੋਂ ਐਵੇਂ ਕਿਤੇ ਰੋਣ ਲੱਗ ਪੈਂਦਾ। ਭਾਵ ਗੁਰੂ ਦੇ ਭਾਣੇ ਵਿੱਚ ਰਹਿਣ ਲੱਗ ਪੈਂਦਾ ਹੈ। ਦਰ ਦਰ ਵੇਸ ਰਸੀਦ ਪਿਰਮ ਰਸ ਭੋਵਣਾ, ਉਹ ਪਰਮਾਤਮਾ ਦੇ ਦਰ ਦੇ ਵਿੱਚ ਦਰਵੇਸ਼ਾਂ ਵਾਂਗੂ ਪ੍ਰਵੇਸ਼ ਹੋ ਜਾਂਦਾ ਹੈ, ਪਹੁੰਚ ਜਾਂਦਾ ਹੈ, ਅਤੇ ਪ੍ਰੇਮ ਦੇ ਰਸ ਦੇ ਵਿੱਚ ਹੀ ਭਿੱਜਿਆ ਰਹਿੰਦਾ ਹੈ। ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਅਤੇ ਜਿਵੇਂ ਮੁਸਲਮਾਨਾਂ ਦੇ ਵਿੱਚ ਈਦ ਦੇ ਚੰਦਰਮਾ ਨੂੰ ਦੇਖ ਕੇ ਵਧਾਈਆਂ ਦਿੰਦੇ ਆ ਨਾ ਉਹ ਇੱਕ ਦੂਜੇ ਨੂੰ। ਕਹਿੰਦੇ ਜਦੋਂ ਆਹ ਜਿਹੜੀ ਆਪਾਂ ਹੁਣੇ ਸੁਣੀ ਆ ਪਿਛਲੀਆਂ 8-9 ਤੁਕਾਂ ਦੇ ਵਿੱਚ ਸੇਵਕ ਦੀ ਜੀਵਨੀ, ਜਦੋਂ ਜਿਹੜਾ ਸੇਵਕ ਇੱਦਾਂ ਸੇਵਾ ਕਰਦਾ ਨਾ, ਤਾਂ ਕਹਿੰਦੇ ਫਿਰ ਉਹ ਪੁੱਗ ਖਲਾਉਂਦਾ ਹੈ, ਭਾਵ ਆਪਣੇ ਜੀਵਨ ਨੂੰ ਸਫਲ ਕਰ ਜਾਂਦਾ, ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ। ਤਾਂ ਕਹਿੰਦੇ ਫਿਰ ਉਹਨੂੰ ਲੋਕ ਪ੍ਰਲੋਕ ਦੇ ਵਿੱਚ ਵਧਾਈਆਂ ਮਿਲਦੀਆਂ ਹਨ ਵੀ ਹਾਂ ਭਾਈ ਆਹ ਸੀ ਅਸਲੀ ਸੇਵਕ, ਇਹਨੇ ਆਪਣਾ ਜੀਵਨ ਕਮਾਇਆ ਹੈ।
ਗੱਲ ਕੀ ਜੀਵਨ ਨੂੰ ਸਫਲ ਕਰਕੇ ਗਿਆ ਹੈ। ਤੋ ਇਹਦਾ ਭਾਈ ਇਹ ਸੇਵਕ ਬਾਰੇ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਇਸ ਪੌੜੀਆਂ ਦੇ ਅੰਦਰ ਸਾਨੂੰ ਉਹਨਾਂ ਦੇ ਜੀਵਨ ਬਿਆਨ ਕਰਕੇ ਦੱਸੇ ਹਨ ਕਿ ਸੇਵਕ ਹੋਵੇ ਤਾਂ ਇੱਦਾਂ ਦਾ ਹੋਣਾ ਚਾਹੀਦਾ ਹੈ, ਫਿਰ ਉਹ ਆਪਣੇ ਜੀਵਨ ਨੂੰ ਸਫਲ ਕਰ ਜਾਂਦਾ ਹੈ। ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਦਰ ਦਰਵੇਸ਼ ਰਸੀਦ ਪਿਰਮ ਰਸ ਭੂਵਣਾ ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।